पहली बॉल मेरे को और दूसरी बॉल ਤੁਹਾਡੇ ਕੋਲ। मेरे को जी। पहली बॉल किधर? मेरे को है नहीं, पहली बॉल तो ਤੁਹਾਡੇ ਕੋਲ। मेरे को। जे ਤੁਹਾਡੀ ਗੱਲ ਸਹੀ ਹੈ ਤਾਂ ਦੱਸੋ ਕਿੱਥੇ? ਤੁਹਾਡੇ ਹੱਥ 'ਚ। ਪਰ ਤੁਹਾਡੇ ਹੱਥ 'ਚ ਹੀ ਸੀਗੀ। ਤੁਹਾਨੂੰ ਪਤਾ ਨਹੀਂ ਕਿੱਥੇ ਗਈ? ਨਹੀਂ। ਪੱਕਾ? ਹਾਂ। ਆਪਦਾ ਹੱਥ ਚੈੱਕ ਕਰੋ। ਨਹੀਂ, ਇੱਕ ਬਾਲ ਤੁਸੀਂ ਇੱਧਰੋਂ ਉੱਧਰ ਫੜਾਈ, ਇੱਕ ਤੁਹਾਡੇ ਹੱਥ 'ਚ ਸੀਗੀ ਪਹਿਲਾਂ। ਨਹੀਂ, ਚਾਰੋਂ ਮੇਰੇ ਕੋਲ ਹੈ। ਜੇ ਚਾਰੋਂ ਮੇਰੇ ਕੋਲ ਹੈ ਤਾਂ ਤੁਹਾਡੇ ਕੋਲ ਕੀ ਹੈ? ਮੇਰੇ ਕੋਲ ਵੀ ਬਾਲਸ ਨੇ। So you can keep guessing. Magician never reveal their secrets. ਜਿੰਨੀ ਵਾਰ ਵੀ ਤੁਹਾਨੂੰ ਲੱਗਿਆ ਕਿ ਮੈਂ ਕੁਝ ਸਿਖਾ ਰਿਹਾ, ਮੈਂ ਕੁਝ ਨਹੀਂ ਸਿਖਾਇਆ। Oh God! और हर बार मैजिक ਕੀਤਾ। पकड़ो और फाड़ दो। ईजी सौखा काम है। ਹੁਣ ਇਹੀ ਸੌਖਾ ਕੰਮ ਤੁਹਾਡੇ ਲਈ ਔਖਾ ਕਰੀਏ। 1 2 3 ਲੂਜ਼ ਯੋਰ ਕੌਨਫੀਡੈਂਸ। ਹੁਣ ਫਾੜੋ। हाँ, चारों साइड तो ट्राई करो, हो सकता है किसी साइड तो फटे। जस्ट फील माई टच एंड कीप इट इन योर माइंड सीक्रेटली। लेकिन ये लिए अखा बंद रखनी है और अखा तब तक नहीं खोलनी जब तक मैं ना कहूँ। That's it. ਪੈਸਾ ਫੇਕ ਤਮਾਸ਼ਾ ਦੇਖ। ਸਤਿ ਸ਼੍ਰੀ ਅਕਾਲ ਪਿਆਰੇ ਦੋਸਤੋ, ਮੈਂ ਹਰਪਨ ਕੌਰ ਤੇ ਅੱਖਰ ਤੇ ਤੁਹਾਨੂੰ ਖੁਸ਼ਾਮਦੀਦ ਕਹਿੰਦੀ ਆ। ਜਾਦੂ ਤੇ ਸੁਪਨੇ ਸਾਨੂੰ ਇੱਕ ਹਸੀਨ ਤੇ ਚਮਤਕਾਰੀ ਦੁਨੀਆ ਦੇ ਵਿੱਚ ਲੈ ਜਾਂਦੇ ਨੇ। ਅਸੀਂ ਛੋਟੇ ਹੁੰਦੇ ਜਾਦੂ ਦਾ ਛੋਟਾ ਜਿਹਾ ਰੂਪ ਮਦਾਰੀਆਂ ਦੇ ਕੋਲੋਂ ਦੇਖਦੇ ਸੀ, ਪਰ ਹੌਲੀ ਹੌਲੀ ਅੱਜ ਓਕੇ ਦੌਰ ਦੀ ਜੇ ਗੱਲ ਕਰੀਏ ਤੇ ਅੱਜ ਕੱਲ੍ਹ ਮੈਜਿਕ ਦੇ ਵੱਡੇ ਵੱਡੇ ਸ਼ੋਜ਼ ਹੁੰਦੇ ਨੇ ਅਤੇ ਉਹਨਾਂ ਸ਼ੋਜ਼ ਦੇ ਵਿੱਚ ਜਿਹੜੇ ਜਾਦੂਗਰ ਨੇ ਉਹ ਕਮਾਲ ਦਾ ਜਾਦੂ ਦਿਖਾਉਂਦੇ ਨੇ, ਜਿਹਦੇ ਨਾਲ ਸਾਡੀਆਂ ਅੱਖਾਂ ਵੀ ਚੁੰਦਿਆ ਜਾਂਦੀਆਂ ਨੇ। ਸੋ ਅੱਜ ਇਸੇ ਹੀ ਤਰ੍ਹਾਂ ਦੇ ਅੱਖਾਂ ਚੁੰਦਿਆ ਦੇਣ ਵਾਲਾ ਜਾਦੂ ਦਿਖਾਉਣ ਵਾਲੇ ਜਾਦੂਗਰ ਦੇ ਰੂਬਰੂ ਕਰਵਾਵਾਂਗੇ। ਲੁਧਿਆਣਾ ਦੇ ਵਿੱਚ ਆਏ ਹਾਂ ਤੇ ਅੰਤਰਰਾਸ਼ਟਰੀ ਪੱਧਰ ਤੱਕ ਆਪਣੀ ਪਛਾਣ ਬਣਾ ਚੁੱਕੇ ਮਨੋਜ ਜੈਨ ਜੀ ਸਾਡੇ ਨਾਲ ਮੌਜੂਦ ਰਹਿਣਗੇ, ਜੋ ਕਿ ਕਈ ਸਾਰੇ ਰਿਐਲਿਟੀ ਸ਼ੋਜ਼ ਦੇ ਵਿੱਚ ਵੀ ਜਾਦੂ ਦਿਖਾ ਚੁੱਕੇ ਨੇ। ਸੋ ਆਓ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ, ਫਿਰ ਉਹਨਾਂ ਦੀਆਂ ਜਾਦੂ ਭਰਪੂਰ ਗੱਲਾਂ ਬਾਤਾਂ ਵੀ ਸੁਣਾਂਗੇ ਤੇ ਕੁਝ ਜਾਦੂ ਵੀ ਕਰਾ ਕੇ ਦੇਖਾਂਗੇ। ਸਰ, ਬਹੁਤ ਬਹੁਤ ਸਵਾਗਤ ਹੈ ਅੱਖਰ ਤੇ ਤੁਹਾਡਾ। ਧੰਨਵਾਦ ਜੀ। ਸੋ ਸਾਰਿਆਂ ਤੋਂ ਪਹਿਲਾਂ ਗੱਲ ਕਰਨੀ ਹੈ ਹੁਨਰਬਾਜ਼ ਦੀ, ਤੇ ਹੁਨਰਬਾਜ਼ ਤਾਂ ਤੁਸੀਂ ਪਹਿਲਾਂ ਹੀ ਸੀਗੇ, ਪਰ ਹੁਣ ਹੁਨਰਬਾਜ਼ ਦੇ ਪਲੇਟਫਾਰਮ ਤੇ ਵੀ ਪਰਫਾਰਮ ਕਰਕੇ ਆਏ ਆ ਔਰ ਬੜੀ ਵਾਹ ਲੁੱਟੀ ਹੈ, ਪੂਰਾ ਉਸ ਵੇਲੇ ਸੁਰਖੀਆਂ ਦਾ ਹਿੱਸਾ ਬਣੇ ਰਹੇ ਹੋ। ਸੋ ਕੀ ਖਾਸੀਅਤ ਕੀ ਸੀਗੀ ਤੁਹਾਡੀ ਉੱਥੇ? ਸੱਚ ਪੁੱਛੋ ਤਾਂ ਮੈਨੂੰ ਖੁਦ ਨੂੰ ਨਹੀਂ ਪਤਾ ਜੀ ਮੇਰੀ ਖਾਸੀਅਤ ਕੀ ਸੀਗੀ ਜੀ। ਕਿਉਂਕਿ ਮੈਂ ਜੋ ਉੱਥੇ ਪਰਫਾਰਮ ਕੀਤਾ ਹੈ, ਕਈ ਇਫੈਕਟ ਮੈਂ ਐਸੇ ਪਰਫਾਰਮ ਕੀਤੇ ਜੋ ਅੱਜ ਕਈ ਮੈਜੀਸ਼ੀਅਨਸ ਨੇ ਕਰਨੇ ਛੱਡ ਦਿੱਤੇ, ਸਿਰਫ ਇਸ ਕਰਕੇ ਕਿ ਇੰਨੇ ਜ਼ਿਆਦਾ ਕਾਮਨ ਹੋ ਚੁੱਕੇ ਹੈ ਕਿ ਬੱਚੇ ਨੂੰ ਪਤਾ ਹੈ ਜੀ। ਤੇ ਲੇਕਿਨ ਲੱਕ ਕਹਿ ਲਓ ਕਿ ਬਈ ਉਹਨਾਂ ਨੇ ਉਹ ਪਰਫਾਰਮੈਂਸ ਕੰਪੀਟੀਸ਼ਨ ਲੈਵਲ ਤੇ ਨਹੀਂ ਕੀਤੇ ਇਫੈਕਟ, ਔਰ ਮੈਂ ਕਰ ਦਿੱਤੇ, ਜਿਹਦੇ ਕਰਕੇ ਜੱਜਿਸ ਨੂੰ ਉਹ ਇੱਕ ਨਵੀਂ ਚੀਜ਼ ਲੱਗੀ। ਜਾਦੂਗਰਾਂ ਲਈ ਚਾਹੇ ਉਹ ਪੁਰਾਣੀ ਸੀਗੀ ਚੀਜ਼, ਲੇਕਿਨ ਜੱਜਿਸ ਨੇ ਉਹ ਚੀਜ਼ ਕਦੇ ਦੇਖੀ ਨਹੀਂ ਸੀ ਤਾਂ ਉਹ ਨਵੀਂ ਲੱਗੀ। ਬਿਲਕੁਲ। ਔਰ ਮੈਨੂੰ ਲੱਗਦਾ ਹੈ ਕਿ ਤੁਹਾਡੀ ਖਾਸੀਅਤ ਇਹ ਸੀਗੀ ਕਿ ਤੁਸੀਂ ਕਾਮਨ ਮੈਨ ਮੈਜੀਸ਼ੀਅਨ ਸੀਗੇ, ਕਿਉਂਕਿ ਅਸੀਂ ਦੇਖਦੇ ਬਹੁਤ ਵੱਡੇ ਪੱਧਰ ਤੇ ਤਾਮਝਾਮ ਜਾਦੂਗਰ ਕਰਦੇ ਨੇ ਔਰ ਉਸ ਤੋਂ ਬਾਅਦ ਜਿਹੜੀ ਆਡੀਅנס ਆ ਉਹਨਾਂ ਦਾ ਧਿਆਨ ਕੇਂਦਰਿਤ ਕਰ ਪਾਉਂਦੇ ਨੇ, ਪਰ ਮਨੋਜ ਜੀ ਨੇ ਉਹ ਸਿੰਪਲ ਸਾਦੇ ਟ੍ਰਿਕਸ ਜਿਹੜੇ ਜਾਦੂ ਦੇ ਲਈ ਬੜੇ ਅਹਿਮ ਨੇ, ਬਟ ਐਂ ਲੱਗਦਾ ਕਿ ਪਤਾ ਨਹੀਂ ਇਹ ਕਰਾਂਗੇ ਤਾਂ ਆਡੀਅנס ਨੂੰ ਜਿਹੜਾ ਹੈਗਾ ਵਧੀਆ ਲੱਗਣਗੇ ਕਿ ਨਹੀਂ, ਉਹਨਾਂ ਦੇ ਜ਼ਰੀਏ ਇੱਕ ਨਵੀਂ ਛਾਪ ਛੱਡੀਏ, ਜਿਸ ਤੋਂ ਬਾਅਦ ਲਗਾਤਾਰ ਚਰਚਾ ਦੇ ਵਿੱਚ ਤੁਸੀਂ ਬਣੇ ਹੋਏ ਆ। ਮੈਂ ਸ਼ੁਰੂਆਤ ਇਸੇ ਸਵਾਲ ਤੋਂ ਕਰਾਂਗੀ, ਬੇਸਿਕਲੀ ਜਾਦੂ ਹੈ ਕੀ? ਜਾਦੂ ਹੈ ਨਸ਼ਾ ਹੈ ਵਾਲਾ ਤਾਂ नहीं ऐसा कुछ नहीं। ऐसी चालाकी ਜਿਹੜਾ ਸਾਹਮਣੇ ਵਾਲਾ ਨਾ ਸਮਝ ਸਕੇ ਉਹੀ ਜਾਦੂ ਹੈ। ਜੀ। ਸੋ ਇੱਕ ਕਲਾ ਆ, ਹਨਾ? ਇੱਕ ਕਲੈਵਰ ਆਰਟ ਹੈ ਜਿਹਦੇ ਵਿੱਚ ਸਾਡੇ ਹੱਥਾਂ ਨੂੰ ਇਹ ਕਹਿ ਸਕਦੇ ਕਿ ਤੁਹਾਡੇ ਦੇਖਣ ਦੀ ਸਪੀਡ ਨਾਲੋਂ ਸਾਡੇ ਹੱਥ ਜ਼ਿਆਦਾ ਤੇਜ਼ ਕੰਮ ਕਰਦੇ ਆ, ਔਰ ਜੋ ਸਾਡੇ ਤਰੀਕੇ ਤੁਹਾਡੇ ਪਕੜ 'ਚ ਨਹੀਂ ਆ ਪਾਉਂਦੇ। ਅੱਛਾ, ਐਂ ਤਾਂ ਨਹੀਂ ਹੁੰਦਾ ਲਈ ਕਿ ਕੋਈ ਬਲੈਕ ਮੈਜਿਕ ਕਰਦੇ ਆ ਤੁਸੀਂ? ਜਿਵੇਂ ਮੈਂ ਬਚਪਨ ਦੇ ਵਿੱਚ ਇੱਕ ਜਾਦੂ ਦਾ ਦੇਖਿਆ ਸੀਗਾ, ਉਹਨਾਂ ਨੇ ਰੁਮਾਲ ਹਿਲਾਇਆ ਤੇ ਉਹਦੇ 'ਚੋਂ ਕਬੂਤਰ ਉੱਡ ਗਿਆ, ਤਾਂ ਮੈਂ ਘਰ ਜਾ ਕੇ ਆਪਣੇ ਘਰਦਿਆਂ ਨੂੰ ਪੁੱਛਿਆ ਕਿ ਇਹ ਕਿੱਦਾਂ ਹੋਇਆ, ਤਾਂ ਮੇਰੇ ਦਾਦਾ ਜੀ ਕਹਿੰਦੇ ਉਹਨਾਂ ਦੇ ਕੋਲ ਨਾ ਕਾਲਾ ਜਾਦੂ ਹੁੰਦਾ। ਸੋ ਤੁਹਾਡੇ ਕੋਲ ਕੋਈ ਕਾਲਾ ਜਾਦੂ ਤਾਂ ਨਹੀਂ ਹੈ? ਕਿਉਂਕਿ ਅਸੀਂ ਇਹਦੇ 'ਚ ਵਿਸ਼ਵਾਸ ਨਹੀਂ ਕਰਦੇ ਅੱਖਰ ਵਾਲੇ। ਦੇਖੋ, ਕਾਲਾ ਇਲਮ, ਕਾਲਾ ਜਾਦੂ
ਇਹ ਸਿਰਫ ਅੰਧ ਵਿਸ਼ਵਾਸਾਂ ਦੇ ਨਾਮ ਹੈ। ਜੀ ਬਲੈਕ ਆਰਟ ਹੁੰਦਾ ਹੈ, ਲੇਕਿਨ ਬਲੈਕ ਆਰਟ ਇੱਕ ਟੈਕਨੀਕ ਹੈ ਮੈਜਿਕ ਦੀ, ਜੀ ਜਿਹਦੇ 'ਚ ਕੁਝ ਵੀ ਅਲੌਕਿਕ ਸ਼ਕਤੀਆਂ ਜਾਂ ਐਸਾ ਕੁਝ ਨਹੀਂ ਹੁੰਦਾ। ਉਹ ਇੱਕ ਕਲੈਵਰ ਟੈਕਨੀਕ ਹੈ ਜੀ ਜਿਹੜੀ ਆਪਣੀ ਚਾਲਬਾਜ਼ੀ ਨੂੰ ਲੁਕਾਉਣ ਵਾਸਤੇ। ਬਿਲਕੁਲ ਤੇ ਲੇਕਿਨ ਸਮਾਜ ਦੇ ਵਿੱਚ ਇਹ ਅੰਧ ਵਿਸ਼ਵਾਸ ਫੈਲਣ ਦਾ ਮੇਨ ਰੀਜ਼ਨ ਕੀ ਰਿਹਾ ਕਿ ਹੁਣ ਮੰਨ ਲਓ ਮੈਂ ਮੈਜਿਕ ਕਰਦਾ ਔਰ ਕੋਈ ਮੇਰਾ ਫਰੈਂਡ ਹੈ, ਜੀ ਉਹਨੇ ਮੇਰੇ ਤੋਂ ਮੈਜਿਕ ਕਰਦੇ ਹੋਏ ਦੇਖ ਕੇ ਇੰਨਾ ਇੰਪ੍ਰੈਸ ਹੋਇਆ ਕਿ ਮੈਨੂੰ ਕਹਿੰਦਾ ਕਿ ਮੈਨੂੰ ਮੈਜਿਕ ਸਿਖਾਓ। ਔਰ ਮੈਜਿਕ ਦੇ ਵਿੱਚ ਸੀਕ੍ਰੇਟ ਨੂੰ ਬਾਹਰ ਜਾਣ ਦੇ ਨਾਲ ਕੀ ਹੁੰਦਾ ਹੈ ਕਿ ਮੈਜਿਕ ਦਾ ਮਜ਼ਾ ਉਦੋਂ ਤੱਕ ਹੈ ਜਦ ਤੱਕ ਕਿ ਉਹ ਕੀ ਹੋਇਆ ਉੱਥੇ ਤੱਕ ਹੈ। ਜਦੋਂ ਕਿੱਦਾਂ ਹੋਇਆ ਦੇ ਵਿੱਚ ਹੈ ਨਾ, ਦੇਖਣ ਵਾਲੇ ਦਾ ਮਜ਼ਾ ਖਤਮ ਹੋ ਜਾਂਦਾ ਹੈ। ਬਿਲਕੁਲ ਔਰ ਜਾਦੂਗਰ ਦੀ ਰੋਜੀ ਰੋਟੀ। ਤੇ ਹੁਣ ਮੈਂ ਉਸ ਬੰਦੇ ਨਾਲ ਆਪਣੀ ਦੋਸਤੀ ਵੀ ਨਹੀਂ ਤੋੜਨੀ ਨਹੀਂ ਜੀ ਔਰ ਉਹਨੂੰ ਸਿਖਾਉਣਾ ਵੀ ਨਹੀਂ, ਤਾਂ ਮੈਂ ਇੱਕ ਬਹਾਨਾ ਲਗਾ ਦਿੱਤਾ ਜੀ ਕਿ ਬਈ 131 ਅਮਾਵਸ ਦੀਆਂ ਰਾਤਾਂ ਫਲਾਣੇ ਤੁਹਾਡੇ ਜੋ ਵੀ ਮੁਰਦ ਘਾਟ ਹੈ ਉੱਥੇ ਅੱਧੀ ਰਾਤ ਨੂੰ ਜਾ ਕੇ ਫਲਾਣਾ ਇੱਕ ਵਾਰੀ ਮੈਂ ਮੰਤਰ ਬੋਲੂੰਗਾ, ਸਿਰਫ ਉਹ ਇੱਕ ਵਾਰ 'ਚ ਸੁਣ ਕੇ ਯਾਦ ਕਰ ਲੈਣਾ ਹੈ। ਜੀ ਤੇ ਉਹ 131 ਅਮਾਵਸ ਦੀਆਂ ਰਾਤਾਂ ਜਾ ਕੇ ਉੱਥੇ ਮੁਰਦ ਘਾਟ 'ਚ ਪੜ੍ਹਨਾ ਪੈਣਾ ਹੈ। ਜੀ ਫਿਰ ਜਾ ਕੇ ਤੁਹਾਡੇ ਕੋਲ ਇਹ ਸ਼ਕਤੀਆਂ ਆਉਣਗੀਆਂ, ਤੁਸੀਂ ਮੈਜਿਕ ਕਰ ਸਕਦੇ ਹੋ। ਇਹ ਬੜਾ ਉਸ ਟਾਈਮ ਦੇ ਹਿਸਾਬ ਨਾਲ ਬੜਾ ਅੱਛਾ ਬਹਾਨਾ ਸੀਗਾ, ਕਿਉਂਕਿ ਨਾ ਤਾਂ 131 ਅਮਾਵਸ ਦੀਆਂ ਰਾਤਾਂ ਯਾਨੀ 131 ਮਹੀਨੇ ਤਾਂ ਘੱਟੋ ਘੱਟ ਅਗਲੇ ਨੂੰ ਗਲਿਓ ਲਾਤਾ, ਔਰ ਨਾਲ ਜੁੜ ਗਿਆ ਮੁਰਦ ਘਾਟ ਕਿ ਉੱਥੇ ਜਾ ਕੇ ਕਰਨਾ ਹੈ। ਮੌਤ ਦੇ ਨਾਲ ਜੁੜਿਆ ਹੋਇਆ ਮੁਰਦ ਘਾਟ, ਜੀ ਮੌਤ ਤੋਂ ਹਰ ਇੱਕ ਇਨਸਾਨ ਡਰਦਾ ਹੈ। ਜੀ ਉਹ ਉਸ ਜਗ੍ਹਾ ਤੇ ਜਾਣਾ ਜਿੱਥੇ ਕਿ ਸਾਰੇ ਮੌਤ ਦਾ ਹੀ ਸਮਾਨ ਹੋ ਰਿਹਾ ਹੈ, ਤਾਂ ਇੱਕ ਮਨ ਦੇ ਵਿੱਚ ਡਰ ਵੈਸੇ ਹੀ ਬਸ ਜਾਂਦਾ ਹੈ। ਅੱਬਲ ਤਾਂ ਕੋਈ ਕਰੇਗਾ ਨਹੀਂ। ਬਿਲਕੁਲ ਮੰਨ ਲਓ ਕਿਸੇ ਜਿੱਦੀ ਆਦਮੀ ਨੇ ਕਰ ਵੀ ਲਿਆ, 131 ਅਮਾਵਸ ਦੀਆਂ ਰਾਤਾਂ ਕਰਨ ਤੋਂ ਬਾਅਦ ਜਦੋਂ ਵਾਪਸ ਆਏਗਾ, ਯਾਰ ਮੈਂ ਕੀਤਾ ਸੀ, ਮੇਰੇ ਤੋਂ ਤਾਂ ਹੋਇਆ ਨਹੀਂ, ਮੇਰੇ ਕੋਲ ਤਾਂ ਕੋਈ ਸਿੱਧੀ ਨਹੀਂ ਆਈ, ਤਾਂ ਫਿਰ ਉਹ ਜਾਦੂਗਰ ਕੀ ਕਹਿੰਦਾ ਸੀਗਾ ਕਿ ਤੇਰਾ ਮੂੰਹ ਕਿਹੜੀ ਦਿਸ਼ਾ 'ਚ ਸੀ। ਜੇ ਕਹੇਗਾ ਪੂਰਬ ਦਿਸ਼ਾ 'ਚ ਸੀ, ਅਰੇ ਨਹੀਂ ਯਾਰ, ਕਾਲੀਆਂ ਸ਼ਕਤੀਆਂ ਜਿਹੜੀਆਂ ਨਾ ਦਕਸ਼ਿਣ ਦਿਸ਼ਾ ਵੱਲ ਹੁੰਦੀਆਂ, ਦਕਸ਼ਿਣ ਦਿਸ਼ਾ ਵੱਲ ਮੂੰਹ ਕਰਨਾ ਸੀ। ਤੇ ਜੇ ਕਵੇ ਦਕਸ਼ਿਣ ਵੱਲ ਮੂੰਹ ਸੀਗਾ ਤਾਂ ਉਹਨੂੰ ਕਹਿਣਾ ਜੀ ਪੂਰਬ ਵੱਲ ਕਰਨਾ ਸੀਗਾ। ਜੀ ਯਾਨੀ ਕਿ 131 ਅਮਾਵਸ ਦੀਆਂ ਰਾਤਾਂ ਉਹਨੂੰ ਫੇਰ ਲਗਾ ਦਿੱਤਾ। ਆਖਿਰ ਇੱਕ ਅੱਧੀ 2 ਵਾਰ 3 ਵਾਰ ਤੋਂ ਬਾਅਦ ਕਿਤੇ ਜਾ ਕੇ ਤਾਂ ਅੱਕ ਜਾਏਗਾ। ਜਦੋਂ ਅੱਕ ਜਾਏਗਾ ਉਸ ਤੋਂ ਬਾਅਦ ਕਰਨਾ ਹੀ ਛੱਡ ਦੇਗਾ ਕਿ ਵੀ ਯਾਰ ਨਹੀਂ ਉਹੀ ਕਰ ਸਕਦਾ, ਸਾਡੇ ਬਸ ਦਾ ਕੰਮ ਨਹੀਂ। ਉਸ ਬਹਾਨੇ ਦੇ ਨਾਲ ਹੋਇਆ ਕਿ ਮੈਂ ਆਪਣਾ ਸੀਕ੍ਰੇਟ ਤਾਂ ਬਚਾ ਲਿਆ, ਲੇਕਿਨ ਸਮਾਜ ਦੇ ਵਿੱਚ ਇੱਕ ਅੰਧ ਵਿਸ਼ਵਾਸ ਦਾ ਰਾਹ ਖੋਲ੍ਹਤਾ। ਉਹ 1 ਤੋਂ 2 2 ਤੋਂ 4 ਗੱਲਾਂ ਵੱਧਦੀਆਂ ਇਸ ਕਲਾ ਦੇ ਨਾਲ ਇੰਨੇ ਕੁ ਜ਼ਿਆਦਾ ਅੰਧ ਵਿਸ਼ਵਾਸ ਜੁੜ ਗਏ ਕਿ 16 ਕਲਾਵਾਂ ਦੇ ਵਿੱਚੋਂ ਸਭ ਤੋਂ ਉੱਪਰ ਦੀ ਕਲਾ ਮੰਨੀ ਜਾਣ ਵਾਲੀ ਕਲਾ ਦੀ ਅੱਜ ਸਮਾਜ ਦੇ ਵਿੱਚ ਉਹ ਪੁੱਛ ਨਹੀਂ ਹੈ, ਉਹ ਮਤਲਬ ਰਿਸਪੈਕਟ ਨਹੀਂ ਹੈ ਜੋ ਕਿ ਇਸ ਕਲਾ ਨੂੰ ਮਿਲਣੀ ਚਾਹੀਦੀ ਸੀ। ਉਹਦਾ ਰੀਜ਼ਨ ਕੀ ਸੀਗਾ ਕਿ ਇਹਦੇ ਨਾਲ ਅਸੀਂ ਡਰ ਦਾ ਮਾਹੌਲ ਜੋੜਤਾ। ਸੋ ਮੈਂ ਦੇਖਿਆ ਤੁਹਾਡੀਆਂ ਛੋਟੀਆਂ ਟੈਕਨੀਕਸ ਤੋਂ ਜਿਹੜੇ ਉੱਥੇ ਦੇ ਜੱਜਸ ਸੀਗੇ ਜਾਂ ਕਰਨ ਜੌਹਰ ਜਾਂ ਜਿਹੜੇ ਸਪੈਸ਼ਲ ਗੈਸਟ ਆਉਂਦੇ ਸੀ, ਪਰਿਨੀਤੀ, ਨੌਰਾ ਫਤਿਹੀ, ਸਾਰੇ ਬੜੇ ਪ੍ਰਭਾਵਿਤ ਹੁੰਦੇ ਸੀਗੇ। ਬਟ ਤੁਸੀਂ ਮੈਨੂੰ ਹੁਣ ਦੱਸ ਦਿੱਤਾ ਕਿ ਜਾਦੂ ਜਿਹੜਾ ਹੈ ਉਹ ਹੱਥ ਦੀ ਚਲਾਕੀ ਹੈ। ਮੈਨੂੰ ਲੱਗਦਾ ਕਿ ਮੈਂ ਤੁਹਾਡੀ ਚਲਾਕੀ ਫੜ ਲਾਂਗੀ, ਪਰ ਮੈਂ ਚਾਹੁੰਦੀ ਛੋਟਾ ਜਿਹਾ ਕੋਈ ਜਾਦੂ ਜ਼ਰੂਰ ਕਰਕੇ ਦੱਸੋ। ਠੀਕ ਹੈ ਜੀ, ਜਿੱਦਾਂ ਕਿ ਤੁਸੀਂ ਦੇਖ ਸਕਦੇ ਹੋ ਇੱਕ ਤਾਸ਼ ਦੀ ਅਲੱਗ-ਅਲੱਗ ਕਾਰਡ ਹੈ। ਚਲੋ ਇੱਕ ਕੰਮ ਕਰਦਾ ਮੈਂ, ਤੁਹਾਡਾ ਆਹ ਮਾਈਕ 1 ਸੈਕਿੰਡ ਲਈ ਮੈਂ ਪਕੜ ਲੈਣਾ, ਤੁਸੀਂ ਇਹਨੂੰ ਸ਼ਫਲ ਕਰ ਦਿਓ। ਅੱਛਾ ਮੈਂ ਹਾਂਜੀ, ਕਿਉਂਕਿ ਤਾਸ਼ ਨੂੰ ਪਹਿਲੀ ਵਾਰੀ ਉਹ ਕਰ ਰਹੀ ਹਾਂ ਸ਼ਫਲ। ਫਿਰ ਵੀ ਬਹੁਤ ਅੱਛਾ ਕਰ ਰਹੇ ਹੋ, ਕੋਈ ਗੱਲ ਨਹੀਂ। ਮੈਂ ਸਾਰੇ ਉਲਝਾਤੇ ਨੇ ਮੇਰੇ ਅਨੁਸਾਰ। ਜੀ ਹੁਣ ਕੁਝ ਸ਼ਫਲ ਤੁਸੀਂ ਕੀਤਾ ਜੀ, ਜੀ ਇੱਕ ਕੱਟ ਮੈਂ ਦੇ ਦਿੰਦਾ। ਮੈਂ ਇੱਦਾਂ ਫਲੈਸ਼ ਕਰੂੰਗਾ, ਜਿੱਥੇ ਤੁਹਾਡਾ ਦਿਲ ਕਰੇ ਮੈਨੂੰ ਸਟਾਪ ਕਹਿ ਦਿਓ। ਠੀਕ ਹੈ, ਸਟਾਪ। ਰਾਈਟ, ਇੱਥੇ ਜੋ ਵੀ ਕਾਰਡ ਹੈ ਚੱਕ ਲਓ, ਦੇਖ ਲਓ, ਕੈਮਰਾ ਨੂੰ ਦਿਖਾ ਦਿਓ, ਮੈਨੂੰ ਨਹੀਂ ਦਿਖਾਣਾ। ਜੀ ਜਿੱਥੇ ਮਰਜ਼ੀ ਅੰਦਰ ਪਾ ਦਿਓ। ਜੀ ਔਰ ਸ਼ਫਲ ਕਰ ਦਿੰਦੇ ਹਾਂ। ਔਰ ਮੈਂ ਤੁਹਾਡਾ ਕਾਰਡ ਦੇਖਿਆ ਨਹੀਂ ਹੈ, ਜੀ ਠੀਕ। ਨਾਓ ਮਾਈ ਜੌਬ ਇਜ਼ ਟੂ ਫਾਈਂਡ ਯੂਅਰ ਕਾਰਡ। ਜੀ
कार्ड याद है? ਹਾਂਜੀ इज इट योर कार्ड? यस और नो? ਨਹੀਂ 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 ਬਿਲਕੁਲ ਵੀ ਨਹੀਂ ये नहीं है? ਨਾ ਬਿਲਕੁਲ ਵੀ ਨਹੀਂ ਇਹ ਨਹੀਂ ਹੈ ਗਲਤ ਹੋ ਗਿਆ ਜਾਦੂ ओ कोई गल नहीं, कोई गल नहीं, मेरे को बैकअप है, मेरे को बैकअप है। ਓਕੇ आ की है? ਤਾਰ ਲੱਗ ਰਹੀ ਹੈ ਮੈਨੂੰ ਤਾਂਬੇ ਦੀ ਤਾਰ ਹੈ ਸ਼ਾਇਦ एक मैटल वायर है, ਓਕੇ आप इन्हू खोल लेने। ਜੀ राइट, एक्चुअली ये मैजिशियंस दी डाटा केबल है, ਅੱਛਾ और ये डाटा केबल कितने काम करती, माइंड टू माइंड। ਜੀ तो एक अपने दूसरे हथ नाल इनू पकड़ लो किनारे तो, और एक अपने कार्ड बारे सोचो, सोच अपनी सिर्फ सोच नू मेरे वाल भेजन की कोशिश करो। नहीं कुछ डाटा क्लियर नहीं आ पा रहा। ਹਾਂ ਪਰ ਮੈਂ ਤਾਂ ਇੱਕ ਹੀ ਚੀਜ਼ ਸੋਚ ਰਹੀ ਹਾਂ नहीं एक्चुअली क्लियर इसलिए नहीं आ रहा, शायद कोई वायरस ब्रेन सिस्टम ਦੇ ਵਿੱਚ ਆਇਆ ਹੋਇਆ। चलो कोई नहीं, मेरे को एंटीवायरस भी है, ਜੀ और एंटीवायरस एक्चुअली डाटा इस केबल तक तो आया, ਜੀ ਤੁਹਾਡੇ ਮਾਈਂਡ ਤੋਂ ਕੇਬਲ ਤੱਕ ਆਇਆ, ਲੇਕਿਨ ਅੱਗੇ ਮੇਰੇ ਮਾਈਂਡ ਤੱਕ ਸ਼ਿਫਟ ਨਹੀਂ ਹੋਇਆ। ਬਿਲਕੁਲ ਤਾਂ ਉਹ ਸ਼ਾਇਦ ਇਸ ਕੇਬਲ 'ਚ ਕੋਈ ਵਾਇਰਸ ਸੀਗਾ ਜਿਹਦੇ ਕਰਕੇ ਉਹ ਨਹੀਂ ਆ ਰਿਹਾ। ਕੋਈ ਨਹੀਂ, ਐਂਟੀਵਾਇਰਸ ਹੈ ਸਾਡੇ ਕੋਲ, ਜੀ ਔਰ ਫਾਇਰ ਵੀ ਕਈ ਤਰ੍ਹਾਂ ਦੇ ਵਾਇਰਸ ਨੂੰ ਕਿਲ ਕਰਦੀ ਹੈ। ਬਿਲਕੁਲ ਤੇ ਇਸ ਐਂਟੀਵਾਇਰਸ ਨੂੰ ਅਸੀਂ, ਕਾਰਡ ਯਾਦ ਹੈ ਤੁਹਾਡਾ? ਬਿਲਕੁਲ ਦਰਸ਼ਕਾਂ ਨੂੰ ਵੀ ਬਿਲਕੁਲ ਯਾਦ ਹੈ ਕਿ ਮੈਂ ਕਿਹੜਾ ਕਾਰਡ ਸੋਚਿਆ ਸੀਗਾ, ਉਹਨਾਂ ਨੂੰ ਵੀ ਦਿਖਾਇਆ ਹੋਇਆ ਹੈ। ਸੋ ਦੇਖਦੇ ਹਾਂ ਕੀ ਹੁੰਦਾ ਹੈ। ਆਹੀ ਸੀ ਤੁਹਾਡਾ ਕਾਰਡ? ਜੀ ਬਿਲਕੁਲ। ਸੋ ਬਿਲਕੁਲ ਮੈਂ 8 ਵਾਲਾ 8 ਜਿਹੜਾ ਸੀਗਾ ਉਹ ਚੁਣਿਆ ਸੀਗਾ ਔਰ ਇਹਨਾਂ ਨੇ ਉਹ ਲੱਭ ਲਿਆ। ਸੋ ਇਹ ਇੱਕ ਮਾਈਂਡ ਰੀਡਿੰਗ ਵੀ ਹੈਗੀ ਹੈ ਕਿ ਜਿਵੇਂ ਹੁਣ ਤੁਸੀਂ ਸਮਝ ਲਿਆ ਕਿ ਮੈਂ ਕੀ ਸੋਚਿਆ ਸੀਗਾ ਜਾਂ ਕਿਵੇਂ? ਮਾਈਂਡ ਰੀਡਿੰਗ ਇੱਕ ਅਲੱਗ ਕਨਸੈਪਟ ਹੈ, ਕਿਉਂਕਿ ਮੈਜਿਕ ਇੱਕ, ਤੁਸੀਂ ਕਹਾਵਤ ਸੁਣੀ ਹੋਣੀ ਹੈ, ਜੈਕ ਆਫ ਆਲ ਟ੍ਰੇਡਸ ਬਟ ਕਿੰਗ ਆਫ ਨਨ। ਲੇਕਿਨ ਮੈਜਿਕ ਦੇ ਵਿੱਚ ਅਸੀਂ ਕਹਿੰਦੇ ਹਾਂ ਜੈਕ ਆਫ ਆਲ ਟ੍ਰੇਡਸ ਵਿਲ ਬੀ ਅ ਕਿੰਗ ਆਫ ਮੈਜਿਕ, ਕਿਉਂਕਿ ਸਾਨੂੰ ਨਹੀਂ ਪਤਾ ਕਿ ਮੈਜਿਕ ਅਸੀਂ ਕਿਹੜੇ ਫੀਲਡ ਦੇ ਵਿੱਚੋਂ ਕੱਢ ਲਈਏ। ਅਸੀਂ ਰਸੋਈ ਦੇ ਮਸਾਲਿਆਂ ਤੋਂ ਵੀ ਮੈਜਿਕ ਕਰ ਲੈਂਦੇ ਹਾਂ, ਔਰ ਅਸੀਂ ਡੈਂਟਿਸਟ ਦੇ ਟੂਲਸ ਤੋਂ ਵੀ ਮੈਜਿਕ ਕ੍ਰੀਏਟ ਕਰ ਲੈਂਦੇ ਹਾਂ। ਅਸੀਂ ਲੱਕੜ ਦੇ ਕੰਮ, ਲੋਹਾਰ ਦਾ ਕੰਮ, ਮੈਥ ਦੇ ਕੈਲਕੂਲੇਸ਼ਨਸ ਦੇ ਨਾਲ ਮੈਜਿਕ। ਸੋ ਕਿਸ ਫੀਲਡ ਤੋਂ ਮੈਜਿਕ ਆ ਜਾਵੇ ਨਵਾਂ, ਸਾਨੂੰ ਕੋਈ ਪਤਾ ਨਹੀਂ, ਇਸ ਲਈ ਸਾਨੂੰ ਲਗਭਗ ਹਰ ਫੀਲਡ ਨੂੰ ਸਿੱਖਣਾ ਪੈਂਦਾ ਹੈ। ਸੋ ਮਤਲਬ ਜਿਹੜਾ ਹਰਫਨ ਮੌਲਾ ਆ ਉਹ ਜਾਦੂਗਰ ਬਣ ਜਾਂਦਾ ਹੈ। ਅੱਛਾ ਮੈਂ ਇਹ ਦੇਖ ਰਹੀ ਸੀ ਕਾਫੀ ਵੱਡੀ ਸ਼ਾਪ ਵੀ ਹੈ, 1000 ਦੇ ਕਰੀਬ ਕਹਿ ਰਹੇ ਸੀਗੇ ਜਾਦੂ ਕਰਨ ਦੀਆਂ ਜਿਹੜੀਆਂ ਆਈਟਮਸ ਨੇ, ਜਿਹੜੀਆਂ ਤੁਸੀਂ ਖੁਦ ਇਨੋਵੇਟ ਵੀ ਕਈ ਕੀਤੀਆਂ ਹੈਗੀਆਂ ਆ, ਉਹ ਤੁਸੀਂ ਰੱਖੀਆਂ ਆ। ਸੋ ਜਾਦੂ ਕਰਨਾ ਤਾਂ ਇੱਕ ਅਲੱਗ ਚੀਜ਼, ਉਹਦਾ ਤਾਂ ਤੁਸੀਂ ਗੁਰ ਲਿਆ ਹੋਏਗਾ। ਪਹਿਲਾਂ ਇਹ ਦੱਸ ਦਿਓ ਕਿੱਥੋਂ ਗੁਰ ਲਿਆ ਸੀ ਜਾਦੂ ਕਰਨ ਦਾ? ਜੇ ਸਿੱਖਣ ਦੀ ਗੱਲ ਕਰੀਏ ਤਾਂ ਫਿਜ਼ੀਕਲੀ ਤਾਂ ਮੇਰਾ ਉਸਤਾਦ ਕੋਈ ਵੀ ਨਹੀਂ ਹੈ ਜੀ, ਕਿਉਂ ਮੇਰੀ ਸ਼ੁਰੂਆਤ ਹੋਈ ਸੀ ਬੁੱਕਸ ਤੋਂ। ਮੇਰੇ ਫਾਦਰ ਨੇ ਜਦ ਮੈਂ 5ਵੀਂ ਜਾਂ 6ਵੀਂ ਚ ਪੜ੍ਹਦਾ ਸੀਗਾ, ਇੱਕ ਬੁੱਕ ਲਿਆ ਕੇ ਦਿੱਤੀ ਸੀ ਜਿਹਦਾ ਨਾਮ ਸੀਗਾ 101 ਮੈਜਿਕ ਟ੍ਰਿਕਸ। ਉਹ ਮੇਰੀ ਜ਼ਿੰਦਗੀ ਦੀ ਪਹਿਲੀ ਬੁੱਕ ਸੀ, ਔਰ ਉਹ ਨਾਮ ਮੈਨੂੰ ਅੱਜ ਤੱਕ ਯਾਦ ਹੈ। ਜਿੱਤੋਂ ਕੁਝ ਟ੍ਰਿਕਸ ਸਿੱਖ ਕੇ ਮੈਂ ਆਪਣੇ ਦੋਸਤਾਂ 'ਚ ਦਿਖਾਉਣੀ ਸ਼ੁਰੂ ਕੀਤੀ। ਜਦੋਂ ਦਿਖਾਈ ਤਾਂ ਉਹਦਾ ਇਫੈਕਟ ਇਹ ਪਿਆ ਕਿ ਇੱਕ ਯਾਰਾਂ ਦੋਸਤਾਂ ਦੇ ਵਿੱਚ ਨਾ ਮੈਨੂੰ ਇੱਕ VIP ਸਪੇਸ ਮਿਲਣ ਲੱਗ ਗਿਆ ਕਿ ਜਦੋਂ ਵੀ ਮੈਂ ਵਿੱਚ ਜਾਣਾ, ਅਰੇ ਯਾਰ ਮੈਨੂੰ ਬੈਠ ਕੇ ਸਾਨੂੰ ਦਿਖਾ ਯਾਰ ਕੁਝ। ਤਾਂ ਇੱਕ ਜਿਹੜਾ VIP ਟ੍ਰੀਟਮੈਂਟ ਮਿਲਦਾ ਹੈ ਨਾ, ਹਰ ਇੱਕ ਕਿਸੇ ਨੂੰ ਅੱਛਾ ਲੱਗਦਾ। ਅਤੇ ਉਸ ਚੀਜ਼ ਨੇ ਮੈਨੂੰ ਹੋਰ ਪੁਸ਼ਅਪ ਕੀਤਾ ਕਿ ਯਾਰ ਇਹ ਤਾਂ ਬੜਾ ਅੱਛਾ ਆਰਟ ਹੈ, ਇਹਨੂੰ ਹੋਰ ਸਿੱਖੋ। ਅੱਛਾ ਕੁਛ ਅਸਰ ਪਾਇਆ। ਉਸ ਦੌਰਾਨ ਟੈਲੀਵਿਜ਼ਨ 'ਤੇ ਇੱਕ ਨਾਟਕ ਆਉਂਦੇ ਹੁੰਦੇ ਸੀ, ਰਾਮਾਇਣ ਹੋ ਗਿਆ, ਮਹਾਭਾਰਤ ਹੋ ਗਿਆ, ਜਾਂ ਦਾਦਾ ਦਾਦੀ ਕੀ ਕਹਾਣੀਆਂ ਵਗੈਰਾ, ਵਿਕਰਮ ਬੇਤਾਲ। ਅਤੇ ਉਹ ਸੀਰੀਅਲਸ ਦੇ ਵਿੱਚ ਕੁਛ ਚਮਤਕਾਰ ਦਿਖਾਏ ਜਾਂਦੇ ਸੀ, ਜਿਵੇਂ ਕੋਈ ਹਵਾ 'ਚ ਉੱਡ ਰਿਹਾ ਹੈ, ਕੋਈ ਇੱਕ ਜਗ੍ਹਾ ਤੋਂ ਗੈਪ ਹੋ ਕੇ ਦੂਜੀ ਜਗ੍ਹਾ ਆ ਰਿਹਾ ਹੈ, ਜਾਂ ਹੱਥ ਉੱਪਰ ਕੀਤਾ ਤੀਰ ਆ ਗਿਆ, ਕੁਝ ਇਸ ਤਰ੍ਹਾਂ ਦੇ ਚਮਤਕਾਰ ਹੁੰਦੇ ਸੀ। ਤਾਂ ਕਿਸੇ ਨੇ ਕਿਹਾ ਵੀ ਇਹ ਹੁਣ ਜੋ ਮੈਂ ਸਿੱਖ ਰਿਹਾ ਸੀ ਬੁੱਕਸ ਤੋਂ, ਉਹ ਕੁਛ ਹੋਰ ਸੀਗਾ, ਉਹ ਸਿਰਫ ਟ੍ਰਿਕਸ ਸੀਗੀਆਂ। ਅਤੇ ਇਹ ਦੇਖਣ ਨੂੰ ਲੱਗਦਾ ਸੀਗਾ ਕਿ ਕੋਈ ਚਮਤਕਾਰ ਹੈ, ਕੋਈ ਅਲੌਕਿਕ ਸ਼ਕਤੀ ਹੈ। ਅਤੇ
ਉਹਦੇ ਬਾਰੇ ਪਤਾ ਕਰਨਾ ਵੀ ਇਹ ਕੀ ਚੀਜ਼ ਹੈ। ਤੇ ਕਿਸੇ ਨੇ ਕਹਿਣਾ ਵੀ ਨਹੀਂ ਇਹ ਸਾਧੂ ਸੰਤਾਂ ਕੋਲ ਸਿੱਧੀਆਂ ਹੁੰਦੀਆਂ, ਉਹਨਾਂ ਦੀ ਸੇਵਾ ਕਰੇਗਾ ਤਾਂ ਉਹ ਤੈਨੂੰ ਆਸ਼ੀਰਵਾਦ ਦੇ ਰੂਪ ਚ ਹੋ ਸਕਦਾ ਕੋਈ ਸਿੱਧੀ ਦੇ ਦੇਣ, ਜਾਂ ਉਹ ਤੈਨੂੰ ਤਰੀਕਾ ਦੱਸ ਦੇਣਗੇ ਤਪੱਸਿਆ ਵਗੈਰਾ ਦਾ ਬਈ, ਤੇ ਉਹ ਕਰਕੇ ਤੈਨੂੰ ਸਿੱਧੀਆਂ ਮਿਲ ਜਾਣਗੀਆਂ। ਮੈਂ ਸਾਧੂ ਸੰਤਾਂ ਦੇ ਪਿੱਛੇ ਵੀ ਗਿਆ, ਉਹਨਾਂ ਦੇ ਪਿੱਛੇ ਗਿਆ ਤਾਂ ਉਹਨਾਂ ਦੇ ਜਿੰਨੇ ਕੁ ਚਮਤਕਾਰ ਸੀਗੇ ਉਹ ਕੈਮੀਕਲ ਰਿਐਕਸ਼ਨਸ, ਹੱਥ ਦੀ ਸਫਾਈ, ਚਲਾਕੀ, ਫਰਾਡਬਾਜੀ ਜਾਂ ਮੌਕੇ ਤੇ ਚੌਕਾ। ਜੇ ਵੀ ਕੋਈ ਘਟਨਾ ਵਾਪਰ ਗਈ ਤਾਂ ਉਹਦੇ ਲਈ ਪਹਿਲਾਂ ਹੀ ਬਾਅਦ ਚ ਰੌਲਾ ਪਾ ਦੇਣਾ ਕਿ ਅਸੀਂ ਤਾਂ ਪਹਿਲਾਂ ਹੀ ਕਹਿ ਦਿੱਤਾ ਸੀ, ਜਦ ਕਿ ਪਹਿਲਾਂ ਕੁਝ ਕੋਈ ਨਹੀਂ ਦੱਸਦਾ। ਤੇ ਇਸ ਤਰ੍ਹਾਂ ਦੀਆਂ ਗੱਲਾਂ ਤੋਂ ਫਿਰ ਮੇਰਾ ਉਧਰੋਂ ਧਿਆਨ ਹਟ ਗਿਆ ਕਿ ਨਹੀਂ ਇਹ ਤਾਂ ਸਭ ਫਰਾਡ ਹੀ ਹੈ। ਫਿਰ ਕਿਸੇ ਨੇ ਕਿਹਾ ਜੋਤਿਸ਼, ਵੀ ਇਹ ਵੀ ਭਵਿੱਖ ਦੇਖ ਲੈਂਦੇ ਆ ਕਿ ਹੋ ਸਕਦਾ ਇਹਨਾਂ ਕੋਲ ਕੋਈ ਹੋਵੇ, ਇਹਨਾਂ ਦੇ ਸਿਸਟਮ 'ਚ ਕੋਈ ਹੋਵੇ ਵੀ ਕਿਉਂਕਿ ਕੱਲ ਕੀ ਹੋਣਾ ਅੱਜ ਪਤਾ ਲੱਗ ਜਾਏ ਤਾਂ ਇਹ ਵੀ ਆਪਣੇ ਆਪ 'ਚ ਚਮਤਕਾਰ ਹੋ ਸਕਦਾ। ਤੇ ਮੈਂ ਜੋਤਿਸ਼ ਵੀ ਸਿੱਖੀ। ਜਦੋਂ ਜੋਤਿਸ਼ ਵੀ ਸਿੱਖੀ ਐਂਡ ਨਿਚੋੜ ਇਹ ਨਿਕਲਿਆ ਕਿ ਇਹ ਵੀ ਠੱਗ ਵਿੱਦਿਆ ਹੈ, ਇਹਦਾ ਵੀ ਕੋਈ ਜਿਹਨੂੰ ਕਹਿੰਦੇ ਕਿ ਸਿਰ ਪੈਰ ਨਹੀਂ ਹੈ। ਸਿਰਫ ਵਿਗਿਆਨ ਕਿਸੇ ਸ਼ਬਦ ਦੇ ਮੂਹਰੇ ਜਾਂ ਪਿੱਛੇ ਲਗਾ ਦੇਣ ਨਾਲ ਉਹ ਵਿਗਿਆਨ ਨਹੀਂ ਬਣ ਜਾਂਦਾ। ਜੇ ਉਹ ਫਰਾਡ ਹੈ ਤਾਂ ਫਰਾਡ ਹੀ ਹੈ। ਤੇ ਉਹ ਫਿਰ ਮੈਂ ਇੱਕ ਟਾਈਮ ਐਸਾ ਆਇਆ ਮੈਂ ਜੋਤਸ਼ੀਆਂ ਨੂੰ ਚੈਲੰਜ ਕਰਨਾ ਸ਼ੁਰੂ ਕਰ ਦਿੱਤਾ ਕਿ ਬਿਲਕੁਲ ਤੁਸੀਂ ਤਰਕਸ਼ੀਲ ਦੇ ਨਾਲ ਵੀ ਜੁੜੇ ਰਹੇ ਜੀ ਜੀ ਤਰਕਸ਼ੀਲ ਸੁਸਾਇਟੀਜ਼ ਵਗੈਰਾ ਦੇ ਨਾਲ ਵੀ ਮੈਂ ਕਾਫੀ ਜੁੜਿਆ ਰਿਹਾ ਔਰ ਉਹਨਾਂ ਦੇ ਕਾਫੀ ਸਮਾਗਮਸ ਦੇ ਵਿੱਚ ਮੈਂ ਮੈਜਿਕ ਵੀ ਪਰਫਾਰਮ ਕਰਦਾ ਰਿਹਾ ਔਰ ਲੋਕਾਂ ਨੂੰ ਅਵੇਅਰ ਵੀ ਕਰਦਾ ਰਿਹਾ। ਤੇ ਔਰ ਅੱਜ ਤੱਕ ਜਿੰਨੇ ਵੀ ਮੈਂ ਚੈਲੰਜ ਦਿੱਤੇ ਕਦੇ ਹਾਰਿਆ ਨਹੀਂ ਹੈ। ਔਰ ਇੱਕ ਵੀ ਕੋਈ ਵੀ ਬੰਦਾ ਹਾਲੇ ਤੱਕ ਵੀ ਮੇਰੀ ਉਹ ਸ਼ਰਤ ਖੁੱਲੀ ਹੈ ਕਿ ਜੇ ਕੋਈ ਸਾਬਿਤ ਕਰ ਸਕਦਾ ਹੈ ਮੇਰੇ ਸਾਹਮਣੇ ਆ ਜਾਵੇ। ਸ਼ਰਤ ਇਹ ਹੋਏਗੀ ਕਿ ਜਾਂ ਤਾਂ ਉਹਦੀ ਸਾਰੀ ਪ੍ਰਾਪਰਟੀ ਮੇਰੀ ਜਾਂ ਮੇਰੀ ਸਾਰੀ ਪ੍ਰਾਪਰਟੀ ਉਹਦੀ। ਇਹ ਸ਼ਰਤ ਮੈਂ ਕਿਉਂ ਲਗਾਈ ਕਿਉਂਕਿ ਕਈ ਲੋਕ ਵਿਹਲੇ ਟਾਈਮ ਪਾਸ ਕਰਨ ਨੂੰ ਵੀ ਆ ਜਾਂਦੇ ਸੀ ਜਿਹਦੇ ਨਾਲ ਮੇਰਾ ਕਾਫੀ ਟਾਈਮ ਖਰਾਬ ਹੁੰਦਾ ਸੀ। ਤਾਂ ਜਦੋਂ ਉਹਦੀ ਆਪਣਾ ਕੁਝ ਦਾਅ 'ਤੇ ਲੱਗਿਆ ਹੋਏਗਾ ਤੇ ਜਿਹੜਾ ਵਾਕਈ ਸੀਰੀਅਸਲੀ ਸਾਹਮਣੇ ਆਉਣਾ ਚਾਹੇਗਾ। ਤੁਸੀਂ ਬਾਬਿਆਂ ਨੂੰ ਕਹਿ ਰਹੇ ਆ? ਬਾਬਿਆਂ ਨੂੰ, ਜੋਤਸ਼ੀਆਂ ਨੂੰ, ਤਾਂਤਰਿਕਾਂ ਨੂੰ, ਕੋਈ ਮਰਜ਼ੀ ਹੋਵੇ ਜਿਹਦੇ ਕੋਲ ਕੋਈ ਸਿੱਧੀ ਹੈਗੀ ਸਾਹਮਣੇ ਆ ਜਾਏ। ਸੋ ਮਤਲਬ ਤੁਹਾਨੂੰ ਇਹ ਲੱਗਦਾ ਕਿ ਇਹ ਸਭ ਹੱਥ ਦੀ ਜਿਹੜੀ ਚਲਾਕੀ ਜਾਂ ਜਿਹਨੂੰ ਅਸੀਂ ਜਾਦੂ ਕਹਿ ਦਿੰਨੇ ਵੀ ਇਹ ਉਹਦੇ ਜ਼ਰੀਏ ਹੈ? ਲੱਗਦਾ ਨਹੀਂ ਜੀ, ਮੈਨੂੰ ਪਤਾ ਹੈ ਕਿ ਉਹ ਜੋ ਕੁਝ ਕਰ ਰਹੇ ਉਹ ਸਭ ਫਰਾਡ ਹੀ ਹੈ। ਫਿਰ ਉਸ ਤੋਂ ਬਾਅਦ ਮੇਰਾ ਕਿਉਂਕਿ ਜਾਦੂ ਦੇ ਵਿੱਚ ਸ਼ੌਂਕ ਸੀਗਾ, ਥੋੜ੍ਹੇ ਬਹੁਤ ਜਾਦੂ ਕਰਨ ਵੀ ਲੱਗ ਗਿਆ ਤਾਂ ਕੁਝ ਜਾਦੂਗਰ ਨਾਲ ਜੁੜਨੇ ਸ਼ੁਰੂ ਹੋ ਗਏ। ਤੇ ਉੱਥੋਂ ਇੱਕ ਸੋਚ ਉਹਨਾਂ ਦੀ ਸਾਹਮਣੇ ਆਈ ਕਿ ਬਾਬਿਆਂ ਦੇ ਵਿੱਚ ਔਰ ਜਾਦੂਗਰਾਂ ਦੇ ਵਿੱਚ ਫਰਕ ਕੀ ਸੀਗਾ ਕਿ ਅਸੀਂ ਜਾਦੂਗਰ ਬੁੱਧੂ ਬਣਾਉਣ ਦਾ ਪੈਸਾ ਲੈਂਦੇ ਹਾਂ ਔਰ ਬਾਬੇ ਬੁੱਧੂ ਬਣਾ ਕੇ ਪੈਸਾ ਲੈਂਦੇ ਆ। ਬੁੱਧੂ ਬਣਾਉਣ ਦਾ ਪੈਸਾ ਲੈਣਾ ਔਰ ਬੁੱਧੂ ਬਣਾ ਕੇ ਪੈਸਾ ਲੈਣਾ 'ਚ ਜ਼ਮੀਨ ਅਸਮਾਨ ਦਾ ਫਰਕ ਹੈ। ਉਹ ਉਸ ਫਰਕ ਨੂੰ ਆਪਾਂ ਇਹ ਕਹਿ ਸਕਦੇ ਕਿ ਇਮਾਨਦਾਰੀ ਔਰ ਬੇਈਮਾਨੀ ਦਾ ਫਰਕ ਹੈ। ਅਸੀਂ ਇਮਾਨਦਾਰੀ ਨਾਲ ਆਪਣੀ ਚਲਾਕੀ ਦਿਖਾ ਕੇ ਲੋਕਾਂ ਨੂੰ ਖੁਸ਼ ਕਰ ਰਹੇ ਹਾਂ, ਐਂਟਰਟੇਨ ਕਰ ਰਹੇ ਹਾਂ ਔਰ ਉਹ ਉਹਨਾਂ ਦੇ ਮਜਬੂਰੀ ਦਾ ਫਾਇਦਾ ਉਠਾ ਕੇ ਵੀ ਤੁਹਾਡਾ ਸਭ ਕੁਝ ਠੀਕ ਹੋ ਜਾਏਗਾ, ਆਹ ਸਭ ਉਪਾਅ ਕਰ ਲਓ, ਉਪਾਅ ਦੇ ਨਾਮ ਤੇ ਉਹ ਲੱਖਾਂ ਰੁਪਏ ਦੀ ਠੱਗੀ ਮਾਰ ਜਾਂਦੇ ਆ। ਸੋ 5ਵੀਂ ਕਲਾਸ 'ਚ ਸੀਗੇ ਤੁਸੀਂ ਹਨਾ, ਉਦੋਂ ਤੋਂ ਤੁਸੀਂ ਜਾਦੂ ਦੋਸਤਾਂ ਨੂੰ ਹਨਾ, ਉਸ ਤੋਂ ਬਾਅਦ ਕਈ ਸਟੇਜਸ ਕਈ ਕੁਛ ਜਿਹੜਾ ਹੈਗਾ ਕਰ ਲਿਆ। ਇਸ ਦੌਰ ਦੇ ਅੰਦਰ ਜਿਵੇਂ ਸੋਸ਼ਲ ਮੀਡੀਆ ਦਾ ਦੌਰ ਹੈ ਤੇ ਜਾਦੂ ਦੇ ਵਿੱਚ ਵੀ ਕੋਈ ਫਰਕ ਆਇਆ ਤੁਹਾਡੇ? ਜੀ ਜੀ ਬਿਲਕੁਲ ਬਹੁਤ ਫਰਕ ਆਇਆ ਜੀ। ਫਰਕ ਇਹ ਆਇਆ ਕਿ ਖਾਸ ਕਰ ਲਾਕਡਾਊਨ ਦੇ ਦੌਰਾਨ ਜਦ ਜਾਦੂਗਰਾਂ ਕੋਲ ਬਿਲਕੁਲ ਕੰਮ ਘਰ ਬੈਠ ਕੇ ਸੀ, ਲਗਭਗ ਹਰ ਬਿਜ਼ਨਸਮੈਨ ਘਰ ਬੈਠ ਗਿਆ ਸੀ ਉਸ ਵੇਲੇ ਤਾਂ। ਔਰ ਅਸੀਂ ਘਰ ਬੈਠੇ ਵੀ ਮੈਜਿਕ ਸ਼ੋਅ ਕਰਨੇ ਸ਼ੁਰੂ ਕੀਤੇ ਆਨਲਾਈਨ। ਵੀ ਇੱਥੇ ਬੈਠੇ ਵਰਚੁਅਲ ਇੱਕ ਸੈਟਅਪ ਲਗਾ ਕੇ ਤੇ ਕਿਸੇ ਦਾ ਬਰਥਡੇ ਹੋਣਾ ਤੇ ਅਸੀਂ ਆਪਣੇ ਘਰ ਬੈਠੇ ਹਾਂ, ਉਹ ਆਪਣੇ ਘਰ ਪਾਰਟੀ ਮਨਾ ਰਹੇ ਔਰ ਅਸੀਂ ਇੱਕ ਥਰੂ ਕੈਮਰਾ ਇੰਟਰਨੈਟ ਦੇ ਥਰੂ ਉਹਨਾਂ ਦੇ ਨਾਲ ਮੈਜਿਕ ਕਰ ਰਹੇ ਹਾਂ। ਉਹ ਤੇ ਆਇਆ। ਇਹਦੇ ਤੋਂ ਇਲਾਵਾ ਜਾਦੂ ਆਈਟਮਸ ਦੇ ਵਿੱਚ ਚੇਂਜ ਆਇਆ ਕੋਈ? ਜਾਦੂ ਆਈਟਮਸ ਦੇ ਵਿੱਚ ਵੀ ਬਹੁਤ ਚੇਂਜ ਆਇਆ ਜੀ। ਜਿੱਥੇ ਇੱਕ ਜ਼ਮਾਨਾ ਸੀਗਾ ਕਿ ਇੱਕ ਆਈਟਮ ਨੂੰ ਕਰਨ ਦੇ ਲਈ 5-5 7-7 ਮਿੰਟ ਜਾਦੂਗਰ ਲਗਾਉਂਦੇ ਸੀ ਔਰ ਅੱਜ ਜ਼ਮਾਨਾ ਇਹ ਆ ਗਿਆ ਕਿ ਇੱਧਰ ਅੱਖ ਝਪਕੀ ਔਰ ਜਾਦੂ ਹੋ ਗਿਆ। ਤਾਂ ਪਹਿਲੇ ਨਾਲੋਂ ਜਾਦੂ ਕਾਫੀ ਫਾਸਟ ਹੋਇਆ ਹੈ। ਪਲੱਸ ਜਿਹੜੀ ਮਾਡਰਨ ਟੈਕਨੀਕਸ ਹਰ ਇੰਡਸਟਰੀ ਦੀਆਂ ਅਸੀਂ ਇਨਵੋਲਵ ਕੀਤੀਆਂ, ਚਾਹੇ ਜੋਤਿਸ਼ ਕਰਦੇ ਆ ਪ੍ਰੈਡਿਕਸ਼ਨ, ਸੋ ਉਹ ਵੀ ਕਿੱਦਾਂ ਮਤਲਬ ਜਾਦੂਗਰ ਉਹ ਕਿਵੇਂ ਉਹ ਚੀਜ਼ਾਂ ਕਰਦੇ? ਜਿਵੇਂ ਤੁਸੀਂ ਪਹਿਲਾਂ ਮੈਨੂੰ WhatsApp ਤੇ ਇੱਕ ਮੈਸੇਜ ਦੇ ਜ਼ਰੀਏ ਦੱਸਿਆ ਸੀ ਕਿ ਮੈਂ ਪਹਿਲਾਂ ਹੀ ਪ੍ਰੈਡਿਕਟ ਕਰਾਂਗਾ ਵੀ ਤੁਸੀਂ ਕਿੰਨੇ ਕਾਰਡ ਚੁਣੋਗੇ। ਮੈਂ ਚਾਹੁੰਦੀ ਹਾਂ ਦਰਸ਼ਕਾਂ ਨੂੰ ਵੀ ਜ਼ਰੂਰ ਦੱਸੋ।
ਦੇਖੋ ਟ੍ਰਿਕ ਦੇ ਰੂਪ ਦੇ ਵਿੱਚ ਪ੍ਰੈਡਿਕਟ ਕਰਨਾ ਇੱਕ ਅਲੱਗ ਚੀਜ਼ ਹੈ, ਵਾਕਈ ਹੀ ਭਵਿੱਖ ਪ੍ਰੈਡਿਕਟ ਕਰਨਾ ਉਹ ਇੱਕ ਅਲੱਗ ਚੀਜ਼ ਹੈ। ਜੋ ਵਾਕਈ ਭਵਿੱਖ ਪ੍ਰੈਡਿਕਟ ਕਰਨ ਦੀ ਗੱਲ ਕਰਦੇ ਆ ਉਹ ਸਭ ਫਰਾਡ ਹੀ ਹੈ। ਮੈਜਿਕ ਦੇ ਵਿੱਚ ਵੀ ਅਸੀਂ ਪ੍ਰੈਡਿਕਸ਼ਨਸ ਕਰਦੇ ਹਾਂ, ਲੇਕਿਨ ਉਹ ਪ੍ਰੈਡਿਕਸ਼ਨਸ ਦੇ ਵਿੱਚ ਸਾਡਾ ਸਿਸਟਮ ਕੀ ਹੈ ਕਿ ਮੈਜੀਸ਼ੀਅਨਸ ਕਾਂਟ ਬੀ ਰੋਂਗ। ਸੋ ਅਸੀਂ ਰੋਂਗ ਨਹੀਂ ਹੋ ਸਕਦੇ, ਇਸ ਕਰਕੇ ਅਸੀਂ ਜੋ ਟੈਕਨੀਕਸ ਅਪਣਾਉਂਦੇ ਹਾਂ ਉਹ ਟੈਕਨੀਕਸ ਐਸੀਆਂ ਹੁੰਦੀਆਂ ਜਿਹੜੀਆਂ ਕਿ ਤੁਸੀਂ ਜਿੱਧਰ ਮਰਜ਼ੀ ਜਾਓ ਅਸੀਂ ਰੋਂਗ ਨਹੀਂ ਹੋਵਾਂਗੇ। ਔਰ ਇਹਦਾ ਇੱਕ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿਖਾ ਰਿਹਾ, ਜਿਹੜਾ ਕਿ ਮੈਂ ਤੁਹਾਨੂੰ ਪਹਿਲਾਂ ਵੀ ਕਰਕੇ ਦਿਖਾਇਆ ਸੀਗਾ ਆਫ ਕੈਮਰਾ, ਤੇ ਉਹ ਹੁਣ ਦਰਸ਼ਕਾਂ ਵਾਸਤੇ ਮੈਂ ਕਰਕੇ ਦਿਖਾ ਰਿਹਾ। ਲੇਕਿਨ ਇਸ ਵਾਰ ਮੈਂ ਥੋੜਾ ਜਿਹਾ ਚੇਂਜ ਕੀਤਾ ਇਹਨੂੰ। ਓਕੇ। ਇਹਨਾਂ ਦੋਨੋਂ ਢੇਰੀਆਂ ਦੇ ਵਿੱਚੋਂ ਕੋਈ ਵੀ ਇੱਕ ਢੇਰੀ ਤੇ ਉਂਗਲ ਲਗਾਓ, ਆਹ ਵਾਲੀ ਤੇ। ਜੀ। ਇਹ ਤੁਸੀਂ ਆਪਣੀ ਮਰਜ਼ੀ ਨਾਲ ਲਗਾਈ, ਕੋਈ ਪਹਿਲਾਂ ਦਾ ਪ੍ਰੀ ਪਲਾਨਡ ਸੈਟਅਪ ਕੁਝ ਨਹੀਂ, ਰਾਈਟ? ਬਿਲਕੁਲ ਵੀ ਨਹੀਂ। ਦਰਸ਼ਕ ਜਿਹੜੀ ਇਹਨਾਂ ਨੇ ਸਿਲੈਕਟ ਕੀਤੀ ਉਹ ਹਲੇ ਵੀ ਟੇਬਲ ਦੇ ਉੱਪਰ ਪਈ ਹੈ, ਜੀ। ਦਰਸ਼ਕ ਦੇਖ ਸਕਦੇ। ਔਰ ਜੋ ਤੁਸੀਂ ਨਹੀਂ ਸਿਲੈਕਟ ਕੀਤੀ ਉਹ ਮੈਂ ਦਰਸ਼ਕਾਂ ਨੂੰ ਦਿਖਾ ਦਿੰਦਾ। ਇਹ ਸਾਰੇ ਅਲੱਗ-ਅਲੱਗ ਕਾਰਡਸ ਨੇ, ਇਹ ਸਾਰੇ ਅਲੱਗ-ਅਲੱਗ ਕਾਰਡਸ ਨੇ। ਕਿੰਨੇ ਕਾਰਡਸ ਨੇ? ਇਹ ਸਭ ਹਰ ਇੱਕ ਵੈਲਿਊ ਅਲੱਗ-ਅਲੱਗ ਹੈ। ਜੀ ਆ ਰਿਹਾ ਨਾ, ਹਾਂ, ਉਹ ਕੋਈ ਗੱਲ ਨਹੀਂ, ਸਾਰੇ ਅਲੱਗ-ਅਲੱਗ ਕਾਰਡ ਹੈ। ਬਿਲਕੁਲ ਬਿਲਕੁਲ ਬਿਲਕੁਲ। ਔਰ ਜਿਹੜੀ ਸਿਲੈਕਟ ਤੁਸੀਂ ਕੀਤੀ ਹੈ ਇਹ ਸਾਰੇ ਹੈ ਇੱਕ ਨੇ, ਹਾਂ। ਸਾਰੇ ਕਿਹੜਾ ਨੰਬਰ ਹੈ ਜੀ? ਨੰਬਰ 5। 5। ਯਾਨੀ ਇਹ ਢੇਰੀ ਕਿਹੜੀ ਹੈ? 5 ਵਾਲੀ। ਜੀ। ਤੁਹਾਡੇ ਮੋਬਾਈਲ ਦੇ ਉੱਪਰ ਇਸ ਇੰਟਰਵਿਊ ਤੋਂ ਵੀ ਪਹਿਲਾਂ ਇੱਕ ਮੈਸੇਜ ਭੇਜਿਆ ਸੀ ਮੈਂ। ਜੀ ਮੈਂ ਚਾਹੁੰਦਾ ਦਰਸ਼ਕਾਂ ਨੂੰ ਉਹ ਮੈਸੇਜ ਦੁਬਾਰਾ ਦਿਖਾਇਆ ਜਾਏ। ਜਦ ਤੱਕ ਉਹ ਮੈਸੇਜ ਦੇਖ ਰਹੇ ਲੱਭ ਰਹੇ, ਜੀ ਜੀ। ਮੈਂ ਦਰਸ਼ਕਾਂ ਨੂੰ ਫਿਰ ਦਿਖਾ ਦੇਵਾਂ ਕਿ ਇਹਨਾਂ ਨੇ ਜਿਹੜੀ ਢੇਰੀ ਚੁਣੀ ਹੈ ਉਹ 5 ਵਾਲੀ ਹੈ। ਇਹ ਸਾਰੀਆਂ ਪੰਜੀਆਂ। ਪਾਈਲ ਆਫ 5। ਔਰ ਇਹ ਕੈਮਰਾ ਦੇ ਵਿੱਚ ਵੀ ਦਿਖਾ ਦਿਓ ਕਿ ਜੀ। ਮੇਰੀ ਪ੍ਰੈਡਿਕਸ਼ਨ ਇਹ ਇਫੈਕਟ ਕਰਨ ਤੋਂ ਪਹਿਲਾਂ ਹੀ ਸੀਗੀ ਕਿ ਯੂ ਵਿਲ ਚੂਜ਼ ਦਾ ਪਾਈਲ ਆਫ 5। ਸੋ ਮੇਰੀ ਪ੍ਰੈਡਿਕਸ਼ਨ ਬਿਲਕੁਲ ਸਹੀ ਹੈ। ਇਹ 5 ਦੀ ਉਹੀ ਢੇਰੀ ਹੈ ਜਿਹੜੀ ਇਹਨਾਂ ਨੇ ਸਿਲੈਕਟ ਕੀਤੀ ਹੈ। ਸੋ ਮਤਲਬ ਮਾਈਂਡ ਰੀਡਿੰਗ ਜਾਂ ਟ੍ਰਿਕ ਆਪਾਂ ਇਹਨੂੰ ਕਹਿ ਲਈਏ, ਮੈਂ ਹੈਰਾਨ ਆ, ਮੈਨੂੰ ਸਮਝ ਨਹੀਂ ਆ ਰਹੀ ਕੀ ਕਵਾਂ। ਓਕੇ, ਸੋ ਕਿਹੜੇ ਕਿਹੜੇ ਤਰ੍ਹਾਂ ਦਾ ਜਾਦੂ ਹੁੰਦਾ ਹੈ ਇਹ ਦੱਸੋ। ਮੈਜਿਕ ਦੇ ਵਿੱਚ ਹਿਪਨੋਟਿਜ਼ਮ ਆ ਜਾਂਦਾ ਹੈ, ਮੈਜਿਕ ਦੇ ਵਿੱਚ ਮਾਈਂਡ ਰੀਡਿੰਗਸ ਆ ਜਾਂਦੀਆਂ ਜਾਂ ਹਿਪਨੋਟਿਜ਼ਮ ਵਾਲਾ ਤੁਸੀਂ ਕਰ ਲੈਨੇ ਆ ਕਿ ਨਹੀਂ? ਹਾਂ, ਜੋ ਟੈਲੀਵਿਜ਼ਨ ਸੀਰੀਜ਼ ਦੇ ਮੈਂ ਸਭ ਤੋਂ ਪਹਿਲਾ ਐਪੀਸੋਡ ਕੀਤਾ ਸੀਗਾ ਉਸ ਦੇ ਵਿੱਚ ਮੇਰਾ ਸਭ ਤੋਂ ਪਹਿਲਾ ਐਕਟ ਹੀ ਹਿਪਨੋਟਿਜ਼ਮ ਦੇ ਉੱਪਰ ਬੇਸਡ ਸੀਗਾ। ਮੈਂ ਜੋ ਐਂਕਰ ਸੀਗੇ ਉਹਨਾਂ ਦੇ ਯਸ਼ ਔਰ ਭਾਰਤੀ ਜੀ, ਤੇ ਉਹਨਾਂ ਦੇ ਨਾਲ ਹਿਪਨੋਟਿਜ਼ਮ ਦਾ ਐਕਸਪੈਰੀਮੈਂਟ ਕੀਤਾ ਸੀ। ਤੇ ਹਾਲਾਂਕਿ ਉਹਦੇ 'ਚ ਜੋ ਫੁੱਲ ਰੂਟੀਨ ਦੀ ਬਜਾਏ ਹਾਫ ਰੂਟੀਨ ਹੀ ਟੈਲੀਕਾਸਟ ਹੋਇਆ ਸੀਗਾ, ਤੇ ਕਿਉਂਕਿ ਟਾਈਮ ਸਲੋਟ ਦੀ ਕੁਝ ਉਹਨਾਂ ਦੀ ਲਿਮਿਟੇਸ਼ਨ ਸੀਗੀਆਂ। ਤੇ ਉਹ ਤੁਸੀਂ ਸਾਨੂੰ ਦੱਸ ਸਕਦੇ ਥੋੜਾ ਜਿਹਾ? ਕੈਮਰਾਮੈਨ ਵੀਰ ਜੀ ਨਾ ਮੈਨੂੰ ਇਸ਼ਾਰਾ ਕਰ ਰਿਹਾ ਕਿ ਇਹਨਾਂ ਨੂੰ ਵੀ ਹਿਪਨੋਟਾਈਜ਼ ਕਰ ਦਿਓ। ਸੋ ਰੈਡੀ ਹੈ ਸਰ? ਜੀ ਜੀ ਜੀ। ਓਕੇ, ਚਲੋ ਤਾਂ ਇੱਕ ਕੰਮ ਕਰਦੇ ਹਾਂ, ਜੀ ਇੱਕ ਮਿੰਟ ਖੜੇ ਹੋਵੋਗੇ ਜੀ। ਵੀਰ ਜੀ? ਕੈਮਰਾ ਨੂੰ ਆਊਟ ਆਫ ਫੋਕਸ ਤੇ ਛੱਡ ਕੇ ਤੁਸੀਂ ਵੀ ਆ ਜਾਓ ਨਾਲ। ਅੱਜ ਦਰਸ਼ਕ ਦੇਖਣਗੇ ਕਿ ਕੈਮਰਾਮੈਨ ਵੀ ਕੈਮਰਾ ਦੇ ਸਾਹਮਣੇ ਉਹ ਆਣਗੇ। ਇਹ ਵੀ ਇੱਕ ਨਵਾਂ ਜਾਦੂ ਹੈ। ਸੋ ਉਹ ਆਪਣਾ ਕੈਮਰਾ ਸੈੱਟ ਕਰ ਰਹੇ ਨੇ ਤਾਂ ਕਿ ਉਸ ਤੋਂ ਬਾਅਦ ਉਹ ਆਟੋ ਰਿਕਾਰਡਿੰਗ ਤੇ ਕਰਕੇ ਇੰਨਾ ਹਿਪਨੋਟਾਈਜ਼ ਨਾ ਕਰ ਦੇਣਾ, ਮੈंने ਵਾਪਸ ਵੀ ਜਾਣਾ। ਨਹੀਂ ਬਿਲਕੁਲ ਬਿਲकुल ਮੈਨੂੰ ਯਾਦ ਰਹੇਗਾ ਨਾ ਮੈਂ ਅੱਖਾਂ ਜੀ 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 ਬਿਲकुल। ਅਰਪਨ ਜੀ, ਡੂ ਯੂ ਬਿਲੀਵ ਇਨ ਮੈजिक? ਬਿਲकुल। ਯੂ ਬਿਲੀਵ ਇਨ ਮੈजिक, ਜੀ। ਬਟ ਆਈ ਸੇ ਦੈਟ ਡੋਂਟ ਬਿਲੀਵ ਇਨ ਮੈजिक। ਓਕੇ। ਕਿਉਂਕਿ ਜਾਦੂ ਸਿਰਫ ਹੱਥ ਦੀ ਸਫਾਈ, ਚਲਾਕੀ ਔਰ ਨਜ਼ਰਾਂ ਦਾ ਧੋਖਾ। ਬਿਲਕੁਲ। ਜਾਦੂ ਇੰਜੋਏ ਕਰੋ ਪਰ ਉੱਤੇ ਕਦੇ ਯਕੀਨ ਨਾ ਕਰੋ। ਇਟਸ ਆਲ ਇਲੂਜਨਸ। ਜੀ। ਡੂ ਯੂ ਬਿਲੀਵ ਇਨ ਸਾਇੰਸ? ਯੈਸ। ਦਿਸ ਇਜ਼ ਦਾ ਰਾਈਟ ਅਪਰੋਚ। ਆਲਵੇਜ਼ ਬਿਲੀਵ ਇਨ ਸਾਇੰਸ, ਕਿਉਂਕਿ ਤੁਹਾਡੇ ਆਸ-ਪਾਸ ਵਿਗਿਆਨ ਹਰ ਜਗ੍ਹਾ ਮੌਜੂਦ ਹੈ। ਸਿਰਫ ਉਹਨੂੰ ਦੇਖਣ ਦਾ, ਪਰਖਣ ਦਾ ਨਜ਼ਰੀਆ ਹੁੰਦਾ ਹੈ। ਜਿੱਦਾਂ ਕਿ ਅਸੀਂ ਧਰਤੀ ਤੇ ਖੜੇ ਹਾਂ ਬਿਕੋਜ਼ ਆਫ
ਗੁਰਤਾਕਰਸ਼ਣ ਬਾਅਦ ਗ੍ਰੈਵਿਟੀ। ਗ੍ਰੈਵਿਟੀ ਹਾਂ ਤੇ ਇਹਦੇ ਬਾਰੇ ਸਾਨੂੰ ਕੌਣ ਦੱਸਦਾ? ਸਾਇੰਸ। ਹੂੰ ਨਹੀਂ ਸਾਇੰਸ ਵਾਲੀ ਮੈਡਮ ਨਹੀਂ, ਸਾਇੰਸ ਹੂੰ ਮੈਡਮ ਤੇ ਨਹੀਂ, ਸਾਇੰਸ ਤੇ ਫੋਕਸ ਕਰੋ। ਜੀ ਹਿਪਨੋਟਿਜ਼ਮ ਦੇ ਬਾਰੇ ਸੁਣਿਆ ਕਦੇ? ਹਾਂ ਸੁਣਿਆ ਮੈਂ। ਕੀ ਕਿਹਨੂੰ ਕਹਿੰਦੇ ਆ? ਹਿਪਨੋਟਿਜ਼ਮ ਹੁੰਦਾ ਜਦੋਂ ਤੁਸੀਂ ਬੰਦੇ ਨੂੰ ਕਿਤੇ ਅਲੱਗ ਦੁਨੀਆ 'ਚ ਜਾਂ ਜਿੱਦਾਂ ਤੁਸੀਂ ਚਾਹੋ ਉਹਦੇ ਤੋਂ ਯਾ ਟੂ ਕੰਟਰੋਲ ਸਮਵਨਸ ਮਾਈਂਡ। ਹਾਂ ਬਿਲਕੁਲ control ਔਰ ਇਹ ਕਰ ਵੀ ਸਕਦੇ ਇਹ ਵੀ ਇੱਕ ਤਰ੍ਹਾਂ ਦੀ ਸਾਇੰਸ ਹੈ। ਔਰ ਸਾਇੰਸ ਦੇ ਵਿੱਚ ਮਿਰੇਕਲ ਨਹੀਂ ਹੁੰਦੇ, ਐਕਸਪੈਰੀਮੈਂਟ ਹੁੰਦੇ। ਜੀ ਤੇ ਅੱਜ ਇੱਕ ਐਕਸਪੈਰੀਮੈਂਟ ਕਰਾਂਗੇ ਤੁਹਾਡੇ ਨਾਲ ਬੇਸਡ ਔਨ ਹਿਪਨੋਟਿਜ਼ਮ, ਰਾਈਟ? ਜੀ ਤਾਂ ਇਸ ਦੇ ਵਿੱਚ ਕੀ ਹੋਏਗਾ? ਇੱਕ ਮਿੰਟ ਫੜੋਗੇ? ਥੈਂਕ ਯੂ। ਹੱਥ ਆਪਣੇ ਹੱਥ ਇਦਾਂ ਕਰ ਲਓ, ਰਾਈਟ? ਜੀ ਮੈਂ ਤੁਹਾਨੂੰ ਟੱਚ ਕਰੂੰਗਾ, ਤੁਸੀਂ ਉਸ ਟੱਚ ਨੂੰ ਫੀਲ ਕਰਨਾ ਤੇ ਆਪਣੇ ਦਿਮਾਗ 'ਚ ਯਾਦ ਰੱਖਣਾ ਹੈ ਬਸ। ਜਸਟ ਫੀਲ ਮਾਈ ਟੱਚ ਐਂਡ ਕੀਪ ਇਟ ਇਨ ਯੋਰ ਮਾਈਂਡ ਸੀਕ੍ਰੇਟਲੀ। ਲੇਕਿਨ ਇਹਦੇ ਲਈ ਅੱਖਾਂ ਬੰਦ ਰੱਖਣੀਆਂ ਜੀ ਔਰ ਅੱਖਾਂ ਤਦ ਤੱਕ ਨਹੀਂ ਖੋਲਣੀਆਂ ਜਦ ਤੱਕ ਮੈਂ ਨਾ ਕਹਾਂ। ਜਸਟ ਫੀਲ ਮਾਈ ਟੱਚ ਐਂਡ ਕੀਪ ਇਟ ਇਨ ਯੋਰ ਮਾਈਂਡ ਸੀਕ੍ਰੇਟਲੀ। ਅੱਖਾਂ ਬੰਦ ਰੱਖੋ। ਜੇ ਕੋਈ ਟੱਚ ਫੀਲ ਹੋਇਆ ਸੀ ਥੋੜਾ ਜਿਹਾ ਹੱਥ ਲਾ ਦਿਓ। ਓਕੇ, ਕਿੱਥੇ ਕਿੱਥੇ ਟੱਚ ਹੋਇਆ ਸੀ? ਹੱਥ ਤੇ ਔਰ ਬੈਕ ਤੇ। ਮੋਢੇ ਲੱਗੇ ਹਾਂ ਪਹਿਲਾਂ ਕਿੱਥੇ ਹੋਇਆ ਸੀ? ਹੱਥ ਤੇ। ਇੱਥੇ ਐਂਡ ਮੋਢੇ ਲੱਗੇ। ਮਿਰਰ ਇਮੇਜ। ਓਕੇ ਓਕੇ, ਅੱਖਾਂ ਖੋਲ ਦਿਓ। ਇਹ ਤੁਹਾਨੂੰ ਮੈਜਿਕ ਨਹੀਂ ਲੱਗਿਆ ਨਾ? ਹਾਂ, ਟੱਚ ਕੀਤਾ ਤਾਂ ਕੀ ਮੈਜਿਕ? ਮੈਂ ਵੀ ਸਮਝਦਾ ਇਸ ਗੱਲ ਨੂੰ। ਹੁਣ ਮੈਂ ਤੁਹਾਨੂੰ ਟੱਚ ਵੀ ਨਹੀਂ ਕਰੂੰਗਾ। ਔਰ ਇੱਕ ਮਿੰਟ, ਚੁੰਨੀ ਥੋੜਾ ਇਸ ਤਰ੍ਹਾਂ ਲੈ ਲੂੰਗੇ ਮੋਢੇ ਤੋਂ ਉੱਪਰ। ਓਕੇ ਹੁਣ ਮੈਂ ਤੁਹਾਨੂੰ ਟੱਚ ਵੀ ਨਹੀਂ ਕਰੂੰਗਾ ਔਰ ਤੁਹਾਡੇ ਹੱਥ ਇਸ ਤਰ੍ਹਾਂ ਆਪਣੇ ਆਪ ਉੱਪਰ ਉੱਠਣਗੇ। ਓਕੇ ਟਰਾਈ ਕਰੀਏ। ਕੀ ਹੋਇਆ? ਕੋਈ ਮਨ 'ਚ ਡਰ ਜਾਂ ਘਬਰਾਹਟ ਤਾਂ ਨਹੀਂ ਹੋ ਰਹੀ? ਥੋੜੀ ਥੋੜੀ। ਨਹੀਂ ਡਰਦੀ, ਮੈਂ ਬਿਲਕੁਲ ਵੀ ਨਹੀਂ ਡਰਦੀ। ਪੈਰ ਜੋੜ ਲਓ, ਜੋੜ ਲੈ। ਸਰੀਰ ਬਿਲਕੁਲ ਢਿੱਲਾ ਛੱਡ ਦਿਓ, ਰਿਲੈਕਸ। ਅਕੜਾਣਾ ਨਹੀਂ ਹੈ। ਮੈਂ ਟੇਬਲ ਥੋੜਾ ਪਿੱਛੇ ਕਰ ਦਿੰਦਾ। ਹੱਥ ਬਿਲਕੁਲ ਢਿੱਲੇ ਹੈ। ਚੈੱਕ ਕਰਾਂ? ਨਹੀਂ, ਤੁਸੀਂ ਢਿੱਲੇ ਨਹੀਂ ਛੱਡੇ, ਸਟਿਫ ਕਰ ਲਏ। ਢਿੱਲੇ ਮੀਨ ਜਦੋਂ ਮੈਂ ਛੱਡਾਂ ਤਾਂ ਨੀਚੇ ਗਿਰਨ। ਓਕੇ ਨਹੀਂ, ਹਾਲੇ ਵੀ ਉੱਪਰ ਹੈ। ਬਿਲਕੁਲ ਜਿੱਦਾਂ ਜਾਨ ਨਹੀਂ ਹੈ। ਓਕੇ 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 ਬੇਜਾਨ ਕਰਨੇ। ਹਾਂ ਬਿਲਕੁਲ ਜਿੱਦਾਂ। ਇੱਕ ਮਿੰਟ, ਤੋ ਤੁਹਾਡੇ ਹੱਥ ਨੀਚੇ ਨਹੀਂ ਗਿਰੇ, ਨੀਚੇ ਗਏ, ਤੁਸੀਂ ਖਿੱਚੇ। ਇੱਕ ਮਿੰਟ, ਇੱਕ ਕੰਮ ਕਰੋ, ਤੁਸੀਂ ਮੇਰੇ ਹੱਥ ਨੂੰ ਉੱਪਰ ਚੱਕੋ। ਅੱਖ ਖੋਲੋ। ਇੱਕ ਮਿੰਟ ਲਈ ਮੇਰੇ ਹੱਥ ਉੱਪਰ ਚੱਕੋ ਔਰ ਛੱਡ ਦਿਓ। ਆ ਚੀਜ਼ ਜਿਵੇਂ ਓਕੇ 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 ਕੋਈ ਕੰਟਰੋਲ ਨਹੀਂ, ਕੁਛ ਨਹੀਂ। ਹਾਂ ਮੈਂਟਲੀ ਓਕੇ ਓਕੇ ਓਕੇ। ਲੁੱਕ ਇਨਟੂ ਮਾਈ ਆਈਜ਼, ਲੁੱਕ ਇਨਟੂ ਮਾਈ ਆਈਜ਼। ਕਲੋਜ਼ ਯੂਰ ਆਈਜ਼। ਹੁਣ ਅੱਖਾਂ ਤਦ ਤੱਕ ਨਹੀਂ ਖੋਲਣੀਆਂ ਜਦ ਤੱਕ ਮੈਂ ਨਾ ਕਮਾਂ, ਰਾਈਟ? ਅੱਖਾਂ ਤਦ ਤੱਕ ਨਹੀਂ ਖੋਲਣੀਆਂ ਜਦ ਤੱਕ ਮੈਂ ਨਾ ਕਮਾਂ। ਇੱਕ એનર્ਜੀ ਹੱਥਾਂ 'ਚ ਪਾ ਰਹੇ ਹਾਂ, ਉਹਨੂੰ ਫੀਲ ਕਰੋ। ਜਿੱਦਾਂ ਹੀ એનર્ਜੀ ਤੁਹਾਨੂੰ ਫੀਲ ਹੋਏਗੀ ਤੁਹਾਡੇ ਹੱਥ ਉੱਪਰ ਉੱਠਣੇ ਸ਼ੁਰੂ ਹੋ ਜਾਣਗੇ ਔਰ ਉਹ એનર્ਜੀ ਤੁਹਾਡੇ ਹੱਥਾਂ 'ਚ ਜਾ ਚੁੱਕੀ ਹੈ। ਫੀਲ ਦੈਟ, ਫੀਲ ਦੈਟ, ਫੀਲ ਦੈਟ, ਫੀਲ ਸਮ ਮੋਰ, ਫੀਲ ਸਮ ਮੋਰ। ਹਾਂ ਪਰ ਇਹ ਤਾਂ ਤੁਸੀਂ ਕਹਿ ਰਹੇ ਹੋ ਤਾਂ ਕਰ ਰਹੀ ਹਾਂ। ਨਹੀਂ I can't ਇੱਕ ਮਿੰਟ ਐਕਚੁਅਲੀ ਤੁਹਾਡੀ ਚੁੰਨੀ ਵਿੱਚ ਥੋੜਾ ਅੜਚਨ ਕਰੀ, ਜਾਂ ਤੈਨੂੰ ਪਿੱਛੇ ਬੰਨ ਲਓਗੇ ਜਰਾ। ਹਾਂ ਪਰ ਉਹ ਇਦਾਂ ਹੁੰਦਾ ਕਿ ਲੂਜ਼ ਦ ਕੰਟਰੋਲ। ਯੈਸ ਲੁੱਕ ਇਨਟੂ ਮਾਈ ਆਈਜ਼, ਲੁੱਕ ਇਨਟੂ ਮਾਈ ਆਈਜ਼। ਕਲੋਜ਼ ਯੂਰ ਆਈਜ਼। ਹੁਣ ਅੱਖਾਂ ਤਦ ਤੱਕ ਨਹੀਂ ਖੋਲਣੀਆਂ ਜਦ ਤੱਕ ਮੈਂ ਨਾ ਕਮਾਂ, ਰਾਈਟ? ਇੱਕ એનર્ਜੀ ਹੱਥਾਂ 'ਚ ਪਾ ਰਿਹਾ, ਉਹਨੂੰ ਫੀਲ ਕਰੋ। ਜਿੱਦਾਂ ਹੀ ਉਹ એનર્ਜੀ ਤੁਹਾਨੂੰ ਫੀਲ ਹੋਏਗੀ ਤੁਹਾਨੂੰ ਇੱਕ ਪੁਸ਼ ਮਹਿਸੂਸ ਹੋਏਗਾ ਔਰ ਤੁਹਾਡੇ ਹੱਥ ਉੱਪਰ ਉੱਠਣੇ ਸ਼ੁਰੂ ਹੋ ਜਾਣਗੇ ਔਰ ਉਹ એનર્ਜੀ ਤੁਹਾਡੇ ਹੱਥਾਂ 'ਚ ਜਾ ਚੁੱਕੀ ਹੈ। ਫੀਲ ਦੈਟ, ਯੈਸ ਯੈਸ ਯੈਸ, ਫੀਲ ਦੈਟ, ਫੀਲ ਦੈਟ, ਫੀਲ ਦੈਟ। ਡੋਂਟ ਟਰਾਈ ਟੂ ਕੰਟਰੋਲ ਇਟ। ਜੇ ਉੱਠ ਰਿਹਾ ਤਾਂ ਉੱਠਣ ਦਿਓ। ਫੀਲ ਦੈਟ, ਫੀਲ ਦੈਟ, ਫੀਲ ਸਮ ਮੋਰ। ਓਕੇ, ਦੈਟਸ ਇਟ। ਹਾਂ ਪਰ ਹਾਂ ਉਹ ਇਦਾਂ ਲੱਗ ਰਿਹਾ ਕਿ ਹਾਂ ਉੱਪਰ ਨੂੰ ਹੱਥ ਕਰਨੇ ਆ, ਮੈਂਟਲੀ ਲੱਗ ਰਿਹਾ ਇਹੀ ਹਿਪਨੋਟਿਜ਼ਮ। ਯੈਸ। ਸੋ ਹੁਣ ਮੈਂ ਇੱਕ ਨਵਾਂ ਜਿਹੜਾ ਤਜਰਬਾ ਹੈਗਾ ਆ ਮਨੋਜ ਜੈਨ ਜੀ ਦੇ ਜਰੀਏ ਜਿਹੜਾ ਹੈਗਾ ਕੀਤਾ ਸਰ। ਹਾਂ ਵਾਕਈ ਇਹਦੇ 'ਚ ਹੈ ਗੱਲਬਾਤ ਇਸ ਚੀਜ਼ ਦੇ ਵਿੱਚ। ਸੋ ਹਨਾ ਕਿਸ ਤਰ੍ਹਾਂ ਦੇ ਨਾਲ ਮੈਂਟਲ ਰੀਡਿੰਗ ਜਾਂ ਕਿਵੇਂ ਬੰਦੇ ਨੂੰ ਹਨਾ ਮਤਲਬ ਬਿਲਕੁਲ ਉਹਨੂੰ ਜਿੱਤ ਲਿਆ ਜਾਂਦਾ ਆ ਹਨਾ, ਉਹਨੂੰ ਸਮਝ ਹੀ ਨਹੀਂ ਰਹਿੰਦੀ। ਸੋ ਹੋਰ ਕਿਹੜੇ ਕਿਹੜੇ ਟ੍ਰਿਕਸ ਨੇ ਜਿਹੜੇ ਤੁਸੀਂ ਜਾਦੂ ਦੇ ਵਿੱਚ ਯੂਜ਼ ਕਰਦੇ ਆ, ਥੋੜਾ ਜਿਹਾ ਦੱਸੋ। ਇਹ ਕੀ ਚੀਜ਼ ਹੈ ਜੀ? ਛੋਟੀ ਜੀ ਨੋਟਬੁੱਕ ਹੈ। ਨੋਟਬੁੱਕ ਹੈ ਤੇ ਇਹਦੇ 'ਚ ਇੱਕ ਸਿੰਪਲ ਜਿਹਾ ਕੰਮ ਹੈ, ਮੈਂ ਤੁਹਾਨੂੰ ਦੇਵਾਂਗਾ। ਜੀ ਸੋ ਕਰੋਗੇ? ਜੀ ਬਿਲਕੁਲ ਮੈਂ ਇੱਕ ਪੇਜ ਹੈ, ਇੱਕ ਪੇਜ ਨਿਕਾਲ ਲੈਣਾ। ਜੀ ਇਹਨੂੰ ਇਦਾਂ ਪਕੜੋ, ਜੀ ਉੱਪਰੋਂ ਇਦਾਂ ਦੋਨੋਂ ਪਾਸੇ, ਇਦਾਂ ਉੱਪਰੋਂ ਉੱਪਰੋਂ ਇਸ ਜਗ੍ਹਾ ਤੋਂ ਜੀ ਦੋਨੋਂ ਹੱਥਾਂ ਨਾਲ ਜੀ ਸੈਂਟਰ ਚੋਂ ਲਗਭਗ, ਔਰ ਫਾੜ ਦਿਓ, ਫਾੜ ਦਿਓ।
राइट, इजी, पकड़ो और फाड़ दो। हाँ, इजी, रख दो इत्थे। तीनों टुकड़े इत्थे पे है, सौखा काम है। हुण यही सौखा काम तुहाडे लिए औखा करिए। 1 2 3, लूज योर कॉन्फिडेंस। हुण फाड़ो। ਇਹ ਕਿਵੇਂ ਹੋਇਆ? हाँ, चारों साइड तो ट्राई करो, हो सकता है किसी साइड तो फटे। ਬਿਲਕੁਲ, ਮੈਂ ਹੁਣੇ ਇਹਨੂੰ ਇੰਨੀ ਆਸਾਨੀ ਨਾਲ ਉਹ ਸੋ ਇਹ ਵਾਕਈ ਨਹੀਂ ਫਟ ਰਿਹਾ ਕਿ ਇਹਦੇ ਵਿੱਚ ਮੈਜਿਕ ਸੀ। ਸੋ ਤੁਸੀਂ ਦੇਖ ਸਕਦੇ ਹੋ ਮਤਲਬ ਲਾਈਕ ਬਹੁਤ ਹੀ ਜ਼ਿਆਦਾ ਸਾਦਗੀ ਭਰਿਆ ਸੀ ਕਹਿ ਸਕਦੇ ਹੈਗੇ ਆ। अरे कुछ नहीं है, सिंपल पेपर है। ਸੋ ਇਹ ਕਿਉਂ ਨਹੀਂ ਫਟਿਆ ਮੇਰੇ ਕੋਲੋਂ? You can keep guessing, magician never reveal their secrets. ਬਿਲਕੁਲ ਬਿਲਕੁਲ ਜਾਦੂ ਹੋ ਗਿਆ ਹੈ, ਇਹ ਦੇਖਣਾ ਹੁੰਦਾ ਹੈ ਕਿਵੇਂ ਹੋਇਆ ਹੈ। ਇਹ ਅਸੀਂ ਤੁਹਾਨੂੰ ਨਹੀਂ ਦੱਸ ਸਕਦੇ ਕਿਉਂਕਿ ਇਹ ਜਾਦੂਗਰਾਂ ਦੀ ਰੋਜ਼ੀ ਰੋਟੀ ਦਾ ਸਵਾਲ ਹੈ। ਬਟ ਜਿਵੇਂ ਕਿ ਇਹਨਾਂ ਨੇ ਕਿਹਾ ਕਿ ਬਾਬਿਆਂ ਤੇ ਇਹਨਾਂ ਦੇ ਉੱਤੇ ਕੋਈ ਹੋਰ ਟ੍ਰਿਕ ਸਰ। Okay. एक मेटल बॉल है मेरे को, ਜੀ राइट। एक काम कर दें, मैं अपना मुंह उधर कर लेना, तुसी बॉल पकड़ो ਬਿਲਕੁਲ और अपने सज्जे या खब्बे किसी भी हाथ से इस बॉल नू रख लो। ਪੂਰਾ ਮੋਦਰ हाँ जी, हाँ जी। और दोनों हाथ मुट्ठी इदा बनानी जिवें दोनों हाथों 'ਚ कोई बॉल पकड़ी हुई है, ताकि मैनू पता ना लगे कि ਤੁਹਾਡੇ ਕਿਹੜੇ ਹੱਥ 'ਚ ਹੈ, ਰਾਈਟ। ਬਿਲਕੁਲ ਤੇ ਹੁਣ ਮੈਂ ਮਾਈਂਡ ਨਾਲ ਫਾਈਂਡ ਆਊਟ ਕਰਨ ਦੀ ਕੋਸ਼ਿਸ਼ ਕਰੂੰਗਾ ਕਿ ਤੁਹਾਡੇ ਕਿਹੜੇ ਹੱਥ ਦੇ ਵਿੱਚ ਬॉल ਹੈ। ਤੁਹਾਡੇ ਕਿਸੇ ਵੀ ਹੱਥ 'ਚ ਨਹੀਂ ਹੈ बॉल। ਨਹੀਂ ਐਦਾਂ ਕੁਝ ਨਹੀਂ ਹੈ। बॉल पकड़ी हुई है, ਹਾਂ बॉडी लूज छोड़ दो, टाइट नहीं ਛੱਡ। करना। ਤੁਸੀਂ ਇਸ ਵਾਰ ਜਾਦੂ ਚ ਹਾਰ ਗਏ ਮੇਰੇ ਤੋਂ ਫਾਈਨਲੀ। पक्का ਹਾਂ मैं किस चीज़ चाह रहे हैं? ਬਾਲ ਤੁਸੀਂ ਕਿਹਾ ਸੀ ਤੁਹਾਡੇ ਕਿਸੇ ਵੀ ਹੱਥ 'ਚ ਨਹੀਂ ਹੈ। नहीं, एक्चुअली मैम बॉल है ही नहीं। ਹਾਂ ਪਰ ਸੋ ਤੁਸੀਂ ਦੇਖ ਸਕਦੇ ਹੋ ਕਿ ਹਿਪਨੋਟਿਜ਼ਮ ਵੀ ਜਿਹੜਾ ਹੈ ਉਹ ਜਾਦੂ ਦੇ ਵਿੱਚ ਆਉਂਦਾ ਹੈ ਨਾ, ਲਾਈਕ ਆਪਣੀ ਬਾਡੀ ਤੋਂ ਬੰਦਾ ਕੰਟਰੋਲ ਖਾਣ ਲੱਗ ਜਾਂਦਾ ਹੈ। ਹੋਰ ਕਿਹੜੇ ਕਿਹੜੇ ਤੁਹਾਡੇ ਫੇਮਸ ਟ੍ਰਿਕਸ ਨੇ? ਜਿਵੇਂ 3 ਬਾਲਸ ਵਾਲਾ ਜ਼ਿਕਰ ਕਰ ਰਹੇ ਸੀਗੇ ਕਿ ਬੜਾ ਜੀ, ਜੀ। ਪ੍ਰਚਲਿਤ ਹੈ ਤੁਹਾਡਾ, ਸੋ ਥੋੜਾ ਜਿਹਾ ਨਮੂਨਾ ਪਹਿਲਾਂ ਉਹਦਾ ਦਿਖਾ ਦਿਓ। ओके, सो तुम देख सकते हैं मेरे को 3 बॉल्स है। ਜੀ इट्स अ स्पॉन्ज बॉल्स। ਹੂੰ कॉमन ब्यूटी पार्लर का प्रॉप है। कुछ ब्यूटी पार्लर कॉटन बॉल इस्तेमाल करते हैं, कुछ स्पंज बॉल फॉर रिमूविंग द मेकअप। शायद ਬਿਲਕੁਲ ਬਿਲकुल डोंट वरी, मेकअप नहीं रिमूव करूंगा, हाँ। जस्ट मैजिक। ਬਿਲਕੁਲ सो ਜੀ 3 balls and 2 hands। ਓਕੇ 1 ball here goes to my left hand and 1 ball here goes to my ਰਾਈਟ ਹੈਂਡ right hand। 1 ball in this hand and 1 ball in this hand। जी। Give your hand, give your hand। ये वाली बॉल तुसी पकड़ लो टाइट, ਜੀ प्लेस योर हैंड हियर। पहली बॉल मेरे को और दूसरी बॉल ਤੁਹਾਡੇ ਕੋਲ। ਮੇਰੇ ਕੋਲ ਜੀ पहली बॉल किधर? ਮੇਰੇ ਕੋਲ ਹੈ ਤੇ नहीं, पहली बॉल ਤਾਂ ਤੁਹਾਡੇ ਕੋਲ मेरे ਕੋਲ। ਜੇ ਤੁਹਾਡੀ ਗੱਲ ਸਹੀ ਹੈ ਤਾਂ ਦੱਸੋ ਕਿੱਥੇ ਹੈ। ਤੁਹਾਡੇ ਹੱਥ 'ਚ, ਪਰ ਤੁਹਾਡੇ ਹੱਥ 'ਚ ਹੀ ਸੀਗੀ। ਨਹੀਂ, ਤੁਹਾਨੂੰ ਪਤਾ ਨਹੀਂ ਕਿੱਥੇ ਗਈ? ਨਹੀਂ ਪੱਕਾ? ਹਾਂ ਆਪ ਦਾ ਹੱਥ ਚੈੱਕ ਕਰੋ। ਸੋ ਮੇਰੇ ਕੋਲ ਸੀਗੀਆਂ ਦੋਨੋਂ ਬਾਲਸ, ਪਰ ਇਹ ਕਿੱਦਾਂ ਹੋਇਆ ਕਿੱਦਾਂ ਹੋਇਆ ਮਤਲਬ ਇਹ ਸਿੱਖਣਾ ਨਹੀਂ ਪੁੱਛਣਾ। ਨਹੀਂ। ਸਿੱਖਣਾ ਚਾਹੋਗੇ? ਨਹੀਂ, ਮੈਂ ਆਪਣੇ ਕੰਮ ਤੋਂ ਖੁਸ਼ ਹਾਂ ਜੀ। ਸੋ ਇਹੀ ਚਲੋ ਮੈਜਿਕ ਹੈ ਦਰਸ਼ਕਾਂ ਨੂੰ ਮੈਂ ਸਿਖਾ ਦਿੰਦਾ। ਅੱਛਾ ਰਿਵੀਲ ਕਰੋਗੇ? ਜੀ ਜੀ। ਸੀਕ੍ਰੇਟ ਅ, ਅੱਖਰ ਤੇ ਪਹਿਲੀ ਵਾਰ। ਚਲੋ, ਇਹ ਸਾਰੀ ਗੇਮ ਹੈ ਟਾਈਮਿੰਗ ਔਰ ਮਿਸ ਡਾਇਰੈਕਸ਼ਨ। ਔਰ ਉਹ ਕਿੱਦਾਂ, ਹੁਣ ਧਿਆਨ ਦਿਓ। ਜਦ ਜੀ। ਮੈਂ ਇੱਕ ਬਾਲ ਉਠਾਈ ਔਰ ਆਪਣੇ ਲੈਫਟ ਹੈਂਡ 'ਚ ਰੱਖੀ ਔਰ ਦੂਜੀ ਬਾਲ ਉਠਾਈ ਆਪਣੇ ਰਾਈਟ ਹੈਂਡ 'ਚ ਰੱਖੀ, ਇਹਦੇ ਬਾਅਦ ਮੇਰੀ ਟਾਈਮਿੰਗ, ਮੈਂ ਆਪਣੇ ਦੋਨੋਂ ਹੱਥ ਕਿੱਥੇ ਰੱਖੇ? ਟੇਬਲ ਵਾਪਸ ਟੇਬਲ ਤੇ। ਤੁਸੀਂ ਸੋਚਿਆ ਇਦਾਂ ਕਿਉਂ?
ਨਹੀਂ। ਜਦ ਮੈਂ ਇੱਕ ਵਾਰੀ ਬਾਲ ਚੱਕ ਹੀ ਲਈ ਤਾਂ ਸਿੱਧੇ ਵੀ ਤਾਂ ਫੜਾ ਸਕਦਾ ਸੀ, ਵਾਪਸ ਟੇਬਲ ਤੇ ਹੱਥ ਰੱਖਣ ਦੀ ਕੀ ਲੋੜ ਸੀ? ਜੀ ਉਹਦਾ ਰੀਜ਼ਨ ਕੀ ਹੈ? ਕੀ ਹੈ? ਉਹਦਾ ਰੀਜ਼ਨ ਇਹ ਸੀ ਕਿ ਇਸ ਤੋਂ ਬਾਅਦ ਮੈਂ ਕੀ ਕੀਤਾ, ਵਨ ਬਾਲ ਇਨ ਦਿਸ ਹੈਂਡ ਔਰ ਆਪਣਾ ਹੱਥ ਉੱਪਰ ਕੀਤਾ, ਜੀ ਔਰ ਮੇਰੇ ਇਦਾਂ ਕਰਦੇ ਹੀ ਤੁਹਾਡਾ ਧਿਆਨ ਕਿੱਥੇ ਆਇਆ? ਕੀ ਹੱਥ 'ਚ ਇਸ ਹੱਥ ਤੇ। ਔਰ ਉਸ ਇੱਕ ਹਾਂ ਟਾਈਮ ਦੇ ਵਿੱਚ ਤੁਸੀਂ ਨੋਟਿਸ ਨਹੀਂ ਕੀਤਾ ਕਿ ਟੇਬਲ ਤੇ ਕੀ ਹੋ ਰਿਹਾ ਹੈ। ਮੈਂ ਇੱਕ ਬਾਲ ਚੁੱਪ ਕੇ ਚੱਕ ਲਈ ਤੀਸਰੀ, ਅੱਛਾ ਕਿਉਂਕਿ ਤੁਹਾਡਾ ਧਿਆਨ ਉੱਪਰਲੇ ਹੱਥ ਤੇ ਸੀ। ਜੀ ਜੀ ਔਰ ਉਸ ਜੀ ਤੋਂ ਬਾਅਦ ਮੈਂ ਕਿਹਾ ਵਨ ਬਾਲ ਇਨ ਦਿਸ ਹੈਂਡ, ਜੀ। ਲੇਕਿਨ ਐਕਚੁਅਲ ਚ ਇਸ ਹੱਥ 'ਚ ਕਿੰਨੀ ਹੋਗੀ? ਉਸ 'ਚ ਦੋ ਸੀਗੀਆਂ। ਦੋ ਸੀਗੀਆਂ। ਜੀ ਯਾਨੀ ਕਿ ਤੁਹਾਨੂੰ ਮੈਂ ਇੱਕ ਕਹਿ ਕੇ ਦੋ ਬਾਲਸ ਮੇਰੇ ਦੋ ਹੱਥ ਬਾਲ 'ਚ ਪਕੜਾ ਲਈ, ਰੱਖੀ। ਪਰ ਇਹ ਤੁਹਾਨੂੰ ਕਿਉਂ ਨਹੀਂ ਪਤਾ ਲੱਗਿਆ? ਇੱਥੇ ਮੇਰੀ ਦੂਜੀ ਟਾਈਮਿੰਗ, ਮੈਂ ਕਿਹਾ ਗਿਵ ਯਰ ਹੈਂਡ, ਕੀਪ ਦਿਸ ਬਾਲ ਵਿਦ ਯੂ, ਕੀਪ ਇਟ ਕਲੋਜ਼, ਕੀਪ ਇਟ ਟਾਈਟ। ਇੱਕ ਕਹਿ ਕੇ ਦੋ ਪਕੜਾਤੀ ਪਰ ਗਿਣਨ ਦਾ ਮੌਕਾ ਨਹੀਂ ਦਿੱਤਾ। ਓਕੇ ਔਰ ਜਿਸ ਵੇਲੇ ਮੈਂ ਇਦਾਂ ਕਰ ਰਿਹਾ ਸੀ ਤੁਹਾਡਾ ਧਿਆਨ ਕਿੱਥੇ? ਆਪਦੇ ਹੱਥ ਤੇ। ਆਪਦੇ ਹੱਥ ਤੇ। ਟੇਬਲ ਤੇ ਕੀ ਕਰ ਰਹੇ ਕਿਸੇ ਨੂੰ ਪਤਾ ਨਹੀਂ ਚੱਲਿਆ। ਮੈਂ ਫਰਸਟ ਬਾਲ ਨੂੰ ਥਰਡ ਦੀ ਜਗ੍ਹਾ ਰੱਖਤਾ, ਜੀ। ਕਿਉਂਕਿ ਇਸ ਹੱਥ ਨੇ ਉਹਨੂੰ ਕਵਰ ਕਰ ਲਿਆ ਸੀ। ਬਿਲਕੁਲ ਬਿਲਕੁਲ ਰਾਈਟ, ਹਲੇ ਬੰਦ ਰੱਖੋ। ਜੀ ਤੇ ਟਾਈਮਿੰਗ ਹੈ, ਜੀ ਥੋੜੀ ਜੀ ਪ੍ਰੈਕਟਿਸ ਕਰੇ ਤਾਂ ਦਰਸ਼ਕ ਵੀ ਕਰ ਲੈਣਗੇ। ਪਰ ਇਹ ਹਾਂ। ਤਾਂ ਹੁਣ 3 ਹੋ ਗਈਆਂ। ਹੈ ਇੱਕ ਮਿੰਟ, ਇਹ ਤੁਸੀਂ ਕਿੱਦਾਂ ਕੀਤਾ? ਮੈਂ ਨਹੀਂ ਕੀਤਾ। ਨਹੀਂ, ਮੈਂ ਤਾਂ ਟਾਈਮਿੰਗ ਦਾ ਇਸਤੇਮਾਲ ਕਰ ਰਿਹਾ ਨਹੀਂ, ਮੈਂ- ਥਾ। ਤੁਸੀਂ ਸੱਚੀ ਕੋਈ ਮੈਜਿਕ ਕੀਤਾ ਹੈ? ਨਹੀਂ ਮੈਂ ਤੁਸੀਂ ਤਾਂ ਮੇਰੇ ਤੋਂ ਵੀ ਵੱਡੇ ਜਾਦੂਗਰ ਓ ਨਿਕਲੇ। ਮਾਈ ਗॉड ਇਹ ਮੈਨੂੰ ਸਿਖਾਓਗੇ? ਪ੍ਰਾਊਡ ਆਫ ਇਟ। ਨਹੀਂ, ਮੈਂ ਸੀਰੀਅਸਲੀ ਸਿੱਖਣਾ ਚਾਹੁੰਦਾ ਤੁਹਾਡੇ ਤੋਂ। ਠੀਕ ਹੈ ਮੈਂ ਲਾ ਲਾਂਗੀ ਕਲਾਸ। ਸੋ ਨਹੀਂ ਮਤਲਬ ਮੈਂ ਸਿੱਖ ਚੁੱਕੀ ਹਾਂ ਜ਼ਿਆਦਾ। ਐਕਚੁਅਲੀ ਜਦ ਮੈਂ 3 ਬਾਲ ਦਾ ਇੱਕ ਰੂਟੀਨ ਕੀਤਾ ਨਾ, ਆਫਰ ਕੀਤਾ ਕਿ ਮੈਂ ਤੁਹਾਨੂੰ ਸਿਖਾਊਂਗਾ, ਐਕਚੁਅਲੀ ਮੈਂ ਸਿਖਾ ਨਹੀਂ ਸੀ ਰਿਹਾ, ਮੈਂ ਆਪਣੀ ਅਗਲੀ ਟ੍ਰਿਕ ਕਰ ਰਿਹਾ ਸੀ। ਔਰ ਉਹ ਅਗਲੀ ਟ੍ਰਿਕ ਕਰਨ ਲਈ ਗੱਲਾਂ ਹੀ ਗੱਲਾਂ 'ਚ ਆਪਣੀ ਜੇਬ 'ਚੋਂ ਇੱਕ ਬਾਲ ਹੋਰ ਕੱਢ ਲਈ ਔਰ ਬਿਲਕੁਲ। ਉਹਨੂੰ ਲੁਕੋ ਕੇ ਰੱਖਿਆ ਅੰਡਰ ਦਾ ਕਵਰ ਆਫ ਥੀਸ 3 ਫਿੰਗਰਸ। देयर इट इज। ਓਕੇ ਸੋ ਹੁਣ ਮੈਂ ਸਮਝੀ ਯਾਨੀ- ਉਹ ਜਾਦੂਗਰ ਨੇ 131 ਅਮਾਵਸ ਜਾਣ ਲਈ ਕਿਉਂ ਕਿਹਾ ਸੀਗਾ। ਜੀ ਜੀ, ਯਾਨੀ ਕਿ ਜਦੋਂ ਮੈਂ ਤੁਹਾਨੂੰ ਕਿਹਾ ਇੱਕ ਕਹਿ ਕੇ ਦੋ ਫੜਾਤੀ ਤਾਂ ਐਕਚੁਅਲ 'ਚ ਦੋ ਨਹੀਂ ਸੀ, ਇਹ 3 ਸੀਗੀਆਂ। 3 ਬਾਲਾਂ ਸੀਗੀਆਂ। ਜੀ। ਇਹ ਤੀਸਰੀ ਬਾਲ ਨੂੰ ਵੀ ਐਡ ਕਰਕੇ ਮੈਂ ਕਿਹਾ ਗਿਵ ਯੂਰ ਹੈਂਡ, keep this ball with you, keep it close, keep it tight, place your hand. I know you are guessing something, but for others keep it close at the moment. ਜੀ ਇੱਕ ਕਹਿ ਕੇ ਦੋ ਫੜਾਤੀ ਹੈ ਸਿਰਫ ਡਾਇਲੌਗ, ਲੇਕਿਨ ਐਕਚੁਅਲ 'ਚ ਮੈਂ ਤਿੰਨੋਂ ਫੜਾਤੀਆਂ। ਔਰ ਉਸ ਤੋਂ ਬਾਅਦ ਆ ਚੱਕੀ ਔਰ ਇੱਥੇ ਰੱਖੀ, ਇਹ ਗਾਇਬ। ਹੁਣ ਤੁਸੀਂ ਸੋਚ ਰਹੇ ਹੋ ਇਹ ਕਿੱਦਾਂ ਗਾਇਬ ਹੋਈ? ਐਕਚੁਅਲ 'ਚ ਇਹਨੂੰ ਇੱਥੇ ਰੱਖਿਆ ਹੀ ਨਹੀਂ, ਹਲੇ ਵੀ ਇਹ ਸੱਚ ਹੈ। ਮੈਂ ਸਿਰਫ Okay. ਇੱਥੋਂ ਚੱਕਿਆ, ਟੱਚ ਕੀਤਾ, ਕਵਰ ਕੀਤਾ ਤੇ ਵਾਪਸ ਖਿੱਚ ਲਿਆ। ਓਕੇ ਇਹ ਹਲੇ ਦਿਖਾਤੀ ਤਾਂ ਕਿ ਪਤਾ ਲੱਗਿਆ ਔਰ ਸਲੋ ਕੀਤਾ, ਬਿਲਕੁਲ। ਲੇਕਿਨ ਤੇਜ਼ੀ ਨਾਲ ਔਰ ਬਿਨਾਂ ਦਿਖਾਈ ਕਰਾਂ ਤਾਂ ਇਹ ਰਾਈਟ। ਖਤਮ। ਮੈਨੂੰ ਲੱਗਦਾ ਹੈ ਦਰਸ਼ਕਾਂ ਦੇ ਨਾਲ ਤੁਸੀਂ ਵੀ ਸਮਝ ਗਏ ਹੋਵੋਗੇ ਇਹ ਕਿੱਦਾਂ ਹੋਇਆ। ਸ਼ਾਇਦ ਉਹ ਤੁਹਾਡੇ ਹੱਥ 'ਚ ਰਹਿ ਗਈ ਨਾ। ਹਾਂ। ਹਾਂ ਸਮਝ ਗਏ ਨਾ? ਕੈਮਰਾਮੈਨ ਵੀਰ ਜੀ ਤੁਸੀਂ ਵੀ ਸਮਝ ਗਏ? ਉਹ ਤੁਹਾਡੇ ਹੱਥ 'ਚ ਓਲੇ ਸੀ। ਨਹੀਂ, ਪੱਕਾ ਸਮਝ ਗਏ ਕਿ ਨਹੀਂ ਸਮਝੇ? ਸਮਝ ਗਏ ਸਮਝ ਗਏ। ਸਮਝ ਗਏ? ਹਾਂ ਇੱਕ ਬਾਲ ਤੁਹਾਡੇ ਨਹੀਂ, ਹੱਥ ਮੈਨੂੰ ਲੱਗਦਾ ਨਹੀਂ ਸਮਝੇ। ਨਹੀਂ ਇੱਕ ਬਾਲ ਤੁਸੀਂ ਇੱਧਰੋਂ ਉੱਧਰ ਫੜਾਈ, ਇੱਕ ਤੁਹਾਡੇ ਹੱਥ 'ਚ ਸੀਗੀ। ਨਹੀਂ, ਇੱਕ ਪਹਿਲਾਂ। ਨਹੀਂ, ਚਾਰੋਂ ਮੇਰੇ ਕੋਲ ਹੈ। ਜੇ ਚਾਰੋਂ ਮੇਰੇ ਕੋਲ ਹੈ ਤਾਂ ਤੁਹਾਡੇ ਕੋਲ ਕੀ ਹੈ? ਮੇਰੇ ਕੋਲ ਵੀ ਬਾਲਸ ਨੇ। ਸੋ ਯੂ ਕੈਨ ਕੀਪ ਗੈਸਿੰਗ, ਮੈਜੀਸ਼ੀਅਨ ਨੈਵਰ ਰਿਵੀਲ देयर ਸੀਕ੍ਰੇਟਸ। ਜਿੰਨੀ ਵਾਰ ਵੀ ਤੁਹਾਨੂੰ ਲੱਗਿਆ ਕਿ ਮੈਂ ਕੁਝ ਸਿਖਾ ਰਿਹਾ, ਮੈਂ ਕੁਝ ਨਹੀਂ Oh ਸਿਖਾਇਆ God, ਔਰ ਹਰ ਵਾਰ ਮੈਜਿਕ ਕੀਤਾ। ਦਿਲੋਂ ਵੀ ਕਾਲਾ ਵਿੱਚੋਂ। ਓਕੇ 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 ਸੋ ਮਤਲਬ ਮੇਰੇ ਕੋਲ ਕੁਝ ਨਹੀਂ ਹੈ ਕਹਿਣ ਦੇ ਲਈ, ਬਟ ਇਹ ਬਾ ਕਮਾਲ ਸੀਗਾ ਔਰ ਇਹੀ Thank you. ਜਾਦੂ ਹੈ ਜੀ, ਐਕਚੁਅਲੀ। ਜੀ। ਔਰ ਇਹਦੇ ਤੇ ਵਿਸ਼ਵਾਸ ਕਰਨਾ ਬੰਦ ਹੈ ਕਿਉਂਕਿ ਕਿੰਨੇ ਸਾਲ ਲੱਗੇ ਇੱਥੋਂ ਤੱਕ ਪਹੁੰਚਣ ਦੇ ਲਈ। ਇਹ ਮੋਰ ਦੈਨ 35 ਸਾਲ ਤੋਂ ਉੱਪਰ ਦੀ ਪ੍ਰੈਕਟਿਸ ਹੈ ਜੀ। ਜੀ ਬਿਲਕੁਲ ਬਿਲਕੁਲ। ਸੋ ਬਹੁਤ ਸਾਰੇ ਜਿੱਦਾਂ ਮੈਂ ਤੁਸੀਂ ਕਿਹਾ ਕਿ ਮੈंने ਖੁਦ ਵੀ ਟ੍ਰਿਕ ਜਿਹੜੇ ਇਨੋਵੇਟ ਕੀਤੇ। ਜੀ ਜੀ। ਸੋ ਉਹਦੇ ਲਈ ਫਿਰ ਕੀ ਕਰਦੇ? ਹਰ ਚੀਜ਼ ਨੂੰ ਫਿਰ ਜਾਦੂਗਰ ਦੀ ਤਰ੍ਹਾਂ ਸੋਚਦੇ ਆ ਕਿ ਇਹਨੂੰ ਇਦਾਂ ਕਰ ਸਕਦਾ, ਇਹਨੂੰ ਇਦਾਂ ਕਰ ਸਕਦਾ। ਕੋਈ ਮੈਂ ਜਦੋਂ- ਇੱਕ ਛੋਟਾ ਜਿਹਾ ਸਾਨੂੰ ਤਜਰਬਾ ਦੱਸੋ ਕਿ ਕਿੱਥੋਂ ਕੋਈ ਚੀਜ਼ ਕੱਢੀ। ਇੱਕ ਸਾਂਝਾ ਕਰ ਦਿਓ ਕਿ ਭੰਡਾਰ ਹੈ ਤੁਹਾਡੇ ਕੋਲ, ਇੱਕ ਸਾਂਝਾ ਇੱਕ ਕਰ। ਛੋਟੀ ਜੀ ਟ੍ਰਿਕ ਤੁਹਾਨੂੰ ਸਿਖਾਣਾ ਹੈ ਦਰਸ਼ਕਾਂ ਨੂੰ ਵੀ। ਇਹ ਪਹਿਲਾਂ ਮੰਗਣਾ ਹੋਵੇ। ਨਹੀਂ 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 ਨਹੀਂ। ਮੇਰੇ ਹੱਥੋਂ ਕਾਲਾ ਦਿਲ ਨਾ ਕਢਵਾਣਾ। ਕੋਈ ਵੀ ਤਾਸ਼, ਨਵੀਂ ਤਾਸ਼, ਪੁਰਾਣੀ ਤਾਸ਼ ਦੇ ਪੱਤੇ ਨਾ ਐਕਚੁਅਲੀ ਥੋੜੇ ਚਿਪਕ ਜਾਂਦੇ ਆ ਸਲਾਬਾ ਵਗੈਰਾ ਲੱਗ ਕੇ। ਜੀ। ਨਵੀਂ ਤਾਸ਼ ਲੈ ਕੇ ਕਿਸੇ ਨੂੰ ਵੀ ਕੋਈ ਪੱਤਾ ਖਿਚਵਾ ਲਿਆ, ਜੀ ਖਿਚਵਾਉਣ ਲੱਗੇ ਉਸ ਪੱਤੇ ਤੋਂ ਪਹਿਲਾਂ ਇੱਕ ਤਿਆਰੀ ਕਰਨੀ ਹੈ ਆਪਣੀ ਜੇਬ ਦੇ ਵਿੱਚ ਐਸਾ ਨਮਕ ਜਿਹੜਾ ਥੋੜਾ ਦਾਣੇਦਾਰ ਹੋਵੇ। ਜੀ ਇੱਕ ਤਾਂ ਹੁੰਦਾ ਬਹੁਤ ਬਰੀਕ ਨਮਕ ਹੁੰਦਾ ਤੇ ਥੋੜਾ ਮੋਟੇ ਦਾਣੇ ਵਾਲਾ ਹਲਕਾ ਹਲਕਾ, ਜਿਹੜਾ ਇਦਾਂ ਲਗਾਏ ਤੇ ਉਂਗਲ ਤੇ ਨਜ਼ਰ ਵੀ ਨਾ ਆਵੇ ਔਰ ਲੇਕਿਨ ਹੋਵੇ ਖੁਰਦਰਾ ਟਾਈਪ। ਜੀ ਉਹ ਨਮਕ ਆਪਣੀ ਜੇਬ ਦੇ ਵਿੱਚ ਰੱਖ ਲਓ। ਤੇ ਹੁਣ ਕਰਨਾ ਕੀ ਹੈ, ਮੰਨ ਲਓ ਜਿਵੇਂ ਪੱਤਾ ਖਿਚਵਾਇਆ ਹੈ,
ਆ ਪੱਤਾ ਇੱਥੇ ਬਾਹਰ ਰਖਾ ਦਿਓ ਔਰ ਤਦ ਤੱਕ ਜਦ ਤੱਕ ਕਿ ਉਹ ਬੰਦਾ ਪੱਤਾ ਦੇਖ ਰਿਹਾ ਹੈ ਹੂੰ ਆਪਣੀ ਉਂਗਲ ਜੇਬ 'ਚ ਲਿਜਾ ਕੇ ਹੂੰ ਉਂਗਲ ਦੇ ਉੱਪਰ ਥੋੜਾ ਜਿਹਾ ਨਮਕ ਲਗਾ ਲਓ ਜੀ ਔਰ ਕਹਿ ਦਿਓ ਜੀ ਆ ਤੁਹਾਡਾ ਪੱਤਾ ਹੈ ਜੀ। ਹੂੰ ਹੁਣ ਇਸ ਉਂਗਲ ਤੇ ਜੋ ਨਮਕ ਲੱਗਿਆ ਹੋਇਆ ਹੈ, ਉਹ ਜਦੋਂ ਇਦਾਂ ਕਰਾਂਗੇ ਥੋੜਾ ਬਹੁਤ ਨਮਕ ਝੜ ਜਾਏਗਾ, ਝੜ ਕੇ ਇਸ ਪੱਤੇ ਦੇ ਉੱਪਰ ਆ ਜਾਏਗਾ ਜੀ ਔਰ ਉਸ ਤੋਂ ਬਾਅਦ ਇਸ ਤਾਸ਼ ਨੂੰ ਜਿੱਥੋਂ ਵੀ ਤੁਸੀਂ ਕੱਟੋਗੇ ਹੂੰ ਵੀ ਆ ਇੱਥੇ ਰੱਖਤਾ, ਅੱਛਾ ਹੁਣ ਇਹ ਵਿੱਚ ਚਲਾ ਗਿਆ ਜੀ ਤਾਂ ਉਹ ਜਿਹੜੇ ਨਮਕ ਦੇ ਦਾਣੇ ਵਿੱਚ ਚਲੇ ਗਏ ਹੂੰ ਉਹ ਇੱਕ ਤਰ੍ਹਾਂ ਨਾਲ ਬਾਲ ਬੈਰਿੰਗ ਦਾ ਕੰਮ ਕਰਨਗੇ। ਹੂੰ ਬਿਲਕੁਲ ਤੇ ਜਦੋਂ ਇਹਨੂੰ ਅਸੀਂ ਇਸ ਤਰ੍ਹਾਂ ਸਟ੍ਰਾਈਕ ਕਰਾਂਗੇ ਤਾਂ ਉਹ ਗੱਡੀ ਉਸੇ ਜਗ੍ਹਾ ਤੋਂ ਕੱਟੇਗੀ ਜਿੱਥੇ ਕਿ ਉਹ ਨਮਕ ਦੇ ਦਾਣੇ ਹੈ, ਬਿਲਕੁਲ ਕਿਉਂਕਿ ਉਹ ਬਾਲ ਬੈਰਿੰਗ ਦੇ ਕਾਰਨ ਇੱਕ ਸਲਾਈਡ ਬਣ ਜਾਏਗੀ। ਬਿਲਕੁਲ ਤੇ ਉਸ ਤੋਂ ਬਾਅਦ ਤੁਸੀਂ ਉਹ ਪੱਤਾ ਚੱਕ ਕੇ ਦਿਖਾ ਸਕਦੇ ਹੋ ਕਿ ਇਹ ਤੁਹਾਡਾ ਪੱਤਾ ਸੀ। ਕਦੇ ਟਰਾਈ ਕਰਕੇ ਦੇਖਣਾ ਦਰਸ਼ਕਾਂ ਸੋ ਨੂੰ ਵੀ ਤੁਸੀਂ ਕਹਿਣਾ। ਜੇਬ ਦੇ ਵਿੱਚ ਨਮਕ ਰੱਖਿਆ ਹੋਇਆ। ਨਹੀਂ ਹਾਲੇ ਨਹੀਂ ਰੱਖਿਆ, ਇਹ ਸਿਰਫ ਮੈਂ ਵਰਬਲ ਦੱਸਿਆ ਹੈ ਕਿਉਂਕਿ ਹਾਲੇ ਉਸ ਚੀਜ਼ ਨੂੰ ਕਰਨ ਲਈ ਮੇਰੀ ਤਿਆਰੀ ਨਹੀਂ ਸੀ, ਮੈਂ ਜੇਬ 'ਚ ਨਮਕ ਨਹੀਂ ਸੀ ਰੱਖਿਆ। ਇਹ ਸਿਰਫ ਜਦ ਤੁਸੀਂ ਕਿਹਾ ਕਿ ਚਲੋ ਦਰਸ਼ਕਾਂ ਨੂੰ ਕੁਝ ਸਿਖਾਓ ਤਾਂ ਮੈਂ ਇੱਕ ਸੋ ਮਤਲਬ ਇੱਕ ਮੈਥਡ trick- ਦੱਸਿਆ ਹੈ। ਇੱਕ ਮੈਥਡ ਦੱਸਿਆ ਔਰ ਪੂਰਾ ਕੀ ਕਹਿ ਸਕਦੇ ਹਾਂ ਇੱਕ ਰਿਵੀਲ ਕੀਤਾ ਉਹਨਾਂ ਨੇ ਕਿ ਕਿਸ ਤਰ੍ਹਾਂ ਦੇ ਨਾਲ ਜਿਹੜਾ ਹੈਗਾ ਟ੍ਰਿਕ ਕੀਤਾ ਜਾਂਦਾ ਹੈ। ਬਹੁਤ ਵੱਡੀ ਗੱਲ ਹੈ, ਥੈਂਕ ਯੂ ਸੋ ਮਚ ਮੇਰੇ ਕਹਿਣ ਤੇ ਟ੍ਰਿਕ ਰਿਵੀਲ ਕਰਨ ਦੇ ਲਈ। ਸੋ ਕਾਫੀ ਲੰਬਾ ਸਮਾਂ ਹੋ ਗਿਆ ਤੁਹਾਨੂੰ ਪਰਫਾਰਮ ਕਰਦੇ ਜੀ, ਹੋਏ ਔਰ ਐਜ਼ ਅ ਜਾਦੂਗਰ ਵੀ। ਇੱਕ ਕਈ ਵਾਰ ਨਾ ਲੋਕਾਂ ਦੇ ਵਿੱਚ ਜਿੱਦਾਂ ਅਸੀਂ ਦੇਖਦੇ ਹਾਂ ਘਰਾਂ ਦੇ ਵਿੱਚ ਆਉਂਦੇ ਹੈਗੇ ਆ ਲੋਕ ਔਰ ਉਹਨਾਂ ਨੂੰ ਉਹ ਜਾਦੂਗਰ ਹੁੰਦੇ ਆ। ਮੈਂ ਜਿਵੇਂ ਸੁਣਿਆ ਉਹ ਬੀਬੀਆਂ ਨੂੰ ਜੀ ਸੋਨਾ ਲੁੱਟ ਕੇ ਲੈ ਗਏ, ਇਸ ਤਰੀਕੇ ਦੀਆਂ ਬੜੀਆਂ ਘਟਨਾਵਾਂ ਹੁੰਦੀਆਂ ਹੈਗੀਆਂ। ਜੀ 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 ਕਦੀ ਤੁਹਾਨੂੰ ਡਰ ਲੱਗਾ ਕਿ ਐਜ਼ ਅ ਜਾਦੂਗਰ ਮੈਂ ਵਿਚਰਦਾ ਔਰ ਗਲੀ ਮੁਹੱਲੇ ਵਾਲੇ ਮੇਰੇ ਤੋਂ ਡਰਦੇ ਹੀ ਨਾ ਰਹਿਣ? ਇਹ ਡਿਪੈਂਡ ਕਰਦਾ ਹੈ ਕਿ ਤੁਸੀਂ ਆਪਣੇ ਆਪ ਨੂੰ ਪ੍ਰੈਜ਼ੈਂਟ ਕਿਸ ਤਰ੍ਹਾਂ ਕਰਦੇ ਹੋ। ਜੀ ਮੈਂ ਆਪਣੇ ਗਲੀ ਮੁਹੱਲੇ ਦੇ ਵਿੱਚ ਵੀ ਲੋਕਾਂ ਨੂੰ ਇਹਨਾਂ ਚੀਜ਼ਾਂ ਤੋਂ ਵਹਿਮ ਭਰਮਾਂ ਤੋਂ ਕੱਢਦਾ ਜੀ ਔਰ ਈਵਨ ਕਿ ਜੇ ਤੁਸੀਂ ਕਿਤੇ ਨੋਟ ਕਰੋ ਮੇਰੇ ਇੱਥੇ ਇੰਨੀ ਕੁ ਜ਼ਿਆਦਾ ਉਹ ਪਛਾਣ ਬਣੀ ਹੋਈ ਹੈ ਹੂੰ ਕਿ ਇਸ ਮੁਹੱਲੇ 'ਚ ਕਿ ਤੁਸੀਂ ਕਿਸੇ ਬੱਚੇ ਨੂੰ ਵੀ ਕਹਿ ਦੋਗੇ ਨਾ ਜਾਦੂਗਰ ਦੇ ਘਰ ਜਾਣਾ ਹੈ, ਹੂੰ ਉਹ ਤੁਹਾਨੂੰ ਘਰ ਤੱਕ ਆ ਕੇ ਛੱਡ ਕੇ ਜਾਏਗਾ। ਇੰਨੀ ਬਿਲਕੁਲ। ਰਿਸਪੈਕਟ ਕਰਦੇ ਬਿਲਕੁਲ। ਹੈ। ਰੀਜ਼ਨ ਇਹ ਹੈ ਕਿ ਆਪਣੇ ਮਨ 'ਚ ਕਿਸੇ ਦੇ ਪ੍ਰਤੀ ਦੁਵੇਸ਼ ਨਹੀਂ ਮੈਂ ਰੱਖਦਾ, ਹੂੰ ਸਭ ਦੇ ਨਾਲ ਪਿਆਰ ਨਾਲ ਗੱਲ ਕਰੀਦੀ ਹੈ ਹੂੰ ਔਰ ਜੇ ਕੋਈ ਇਸ ਤਰ੍ਹਾਂ ਦੀ ਗੱਲ ਕਿਸੇ ਦੇ ਦਿਮਾਗ 'ਚ ਕੋਈ ਵਹਿਮ ਭਰਮ ਆਉਂਦਾ ਵੀ ਹੈ ਜੀ। ਤਾਂ ਮੈਂ ਉਹਨਾਂ ਨੂੰ ਉਸ ਦਾ ਸਾਇੰਟੀਫਿਕ ਰੀਜ਼ਨ ਦੱਸਦਾ ਜੀ ਤਾਂ ਕਿ ਉਹ ਵਹਿਮ ਭਰਮ ਤੋਂ ਬਾਹਰ ਨਿਕਲਣ। ਜੀ ਤਾਂ ਇਸ ਕਰਕੇ ਬਿਲਕੁਲ ਉਹ ਚੀਜ਼ ਮੇਰੇ ਨਾਲ ਤਾਂ ਨਹੀਂ ਹੁੰਦੀ। ਜੀ ਬਿਲਕੁਲ। ਜਿਵੇਂ ਆਪਾਂ ਪਹਿਲਾਂ ਗੱਲ ਕਰ ਰਹੇ ਸੀ ਕਿ ਪਹਿਲਾਂ ਮਦਾਰੀ ਹੁੰਦੇ ਸੀ ਹਨਾ, ਛੋਟੀ ਜੀ, ਜੀ। ਮੋਟੀ ਕਲਾ ਦਿਖਾ ਦਿੱਤੀ, ਕਲਾਬਾਜ਼ੀਆਂ ਦਿਖਾਤੀਆਂ ਔਰ 1 ਰੁਪਿਆ 2 ਰੁਪਿਆ ਔਰ ਉਹਦੇ ਨਾਲ ਘਰ ਚੱਲ ਜਾਂਦੇ ਸੀਗੇ। ਅਜੋਕੇ ਦੌਰ ਦੇ ਵਿੱਚ ਜਿੱਥੇ ਅਸੀਂ ਇੱਕ ਪਾਸੇ ਦੇਖਦੇ ਹਾਂ ਕਿ ਵਰਲਡ ਜਿਹੜਾ ਇੰਟਰਨੈਸ਼ਨਲ ਲੈਵਲ ਦੇ ਉੱਤੇ ਅਸੀਂ ਚਾਹੇ ਐਂਟਰਟੇਨਮੈਂਟ ਇੰਡਸਟਰੀ ਦੀ ਗੱਲ ਕਰੀ, ਉੱਥੇ ਜਾਦੂਗਰ ਜਿਹੜੇ ਹੈਗੇ ਆ ਲੱਖਾਂ ਕਰੋੜਾਂ ਰੁਪਇਆ ਉਹਨਾਂ ਦਾ ਜਾਦੂ ਕਰਨ ਤੇ ਹੀ ਲੱਗ ਜਾਂਦਾ ਹੈਗਾ ਹਨਾ। ਜੀ, ਜੀ। ਸੋ ਇਸ ਦੌਰ ਦੇ ਅੰਦਰ ਜਿੱਥੇ ਇਹ ਇੱਕ ਮੁਕਾਬਲੇਬਾਜ਼ੀ ਦਾ ਹਿੱਸਾ ਵੀ ਹੈ ਬਟ ਇਹ ਘਟਦਾ ਵੀ ਜਾ ਰਿਹਾ ਜੀ, ਹੈਗਾ, ਜੀ। ਤੁਹਾਡਾ ਗੁਜ਼ਾਰਾ ਜਾਂ ਗੁਜ਼ਰ ਬਸਰ ਕਿਵੇਂ ਚੱਲਦਾ ਇਹਦੇ ਸਿਰ ਤੋਂ? ਦੇਖੋ ਜੀ ਅੱਜ ਦੇ ਟਾਈਮ 'ਚ ਜਿਸ ਤਰ੍ਹਾਂ ਇਹ ਆਰਟ ਲੁਪਤ ਹੁੰਦਾ ਜਾ ਰਿਹਾ ਹੈ, ਹੂੰ ਨੋ ਡਾਊਟ ਦਿੱਕਤਾਂ ਤਾਂ ਆ ਰਹੀਆਂ ਹੈ, ਹੂੰ ਲੇਕਿਨ ਅਸੀਂ ਫਿਰ ਵੀ ਜਦੋਜਹਦ ਕਰ ਰਹੇ ਹਾਂ ਕਿ ਆਉਣ ਵਾਲੀ ਪੀੜ੍ਹੀ ਨੂੰ ਇਸ ਕਲਾ ਦੇ ਬਾਰੇ ਹੋਰ ਜਾਣਕਾਰ ਅੱਗੇ ਭੇਜੀਏ ਜੀ ਤਾਂ ਕਿ ਉਹ ਜ਼ਿਆਦਾ ਤੋਂ ਜ਼ਿਆਦਾ ਇਸ ਕਲਾ ਨੂੰ ਸਿੱਖਣ ਲਈ ਅੱਗੇ ਆਉਣ ਜੀ ਔਰ ਖਾਸ ਕਰ ਇਸ ਕਲਾ ਨੂੰ ਸਿੱਖ ਕੇ ਮੈਂ ਇੱਕ ਗਾਰੰਟੀ ਤਾਂ ਕਰਦਾ ਹਾਂ ਕਿ ਮੋਰ ਦੈਨ 50% ਜਿਹੜੇ ਅੰਧ ਵਿਸ਼ਵਾਸ ਹੈ ਜੀ ਉਹ ਆਪਣੇ ਆਪ ਹੀ ਖਤਮ ਹੋ ਜਾਣਗੇ ਸਮਾਜ ਚੋਂ, ਕਿਉਂਕਿ ਅੱਧੇ ਤੋਂ ਜ਼ਿਆਦਾ ਚਮਤਕਾਰਾਂ ਦੇ ਤਾਂ ਸੀਕ੍ਰੇਟ ਬਿਲਕੁਲ ਤੁਹਾਨੂੰ ਆਪ ਨੂੰ ਹੀ ਪਤਾ ਲੱਗ ਜਾਏਗਾ ਕਿ ਬਾਬੇ ਜਾਂ ਤਾਂਤਰਿਕ ਵਗੈਰਾ ਕੀ ਕਰ ਰਹੇ ਹੈ। ਬਿਲਕੁਲ ਉਹ ਕਿ ਬਾਬਾ ਵੀ ਜਾਦੂ ਕਰ ਰਿਹਾ ਜੀ, ਹੈਗਾ ਜੀ। ਬਟ ਆਪਣੇ ਆਪ ਨੂੰ ਜਾਦੂਗਰ ਨਹੀਂ ਕਹਿ ਰਿਹਾ, ਹਾਂ। ਆਪਣੇ ਆਪ ਨੂੰ ਜਾਣੀ ਉਹ ਜਾਣ ਸਾਡੀ ਅੰਤਰਜਾਮੀ ਕਹਿ ਰਿਹਾ। ਦੇਖੋ ਟ੍ਰਿਕ ਦਾ ਇਸਤੇਮਾਲ ਕਰਨਾ ਟ੍ਰਿਕ ਦੇ ਰੂਪ 'ਚ ਉਹ ਇਮਾਨਦਾਰੀ ਹੈ, ਲੇਕਿਨ ਉਹ ਟ੍ਰਿਕ ਦੇ ਰੂਪ 'ਚ ਨਾ ਕਰਕੇ ਉਹਨੂੰ ਅਲੌਕਿਕ ਸ਼ਕਤੀਆਂ ਦੇ ਰੂਪ 'ਚ ਕਰਦੇ ਹੈ ਜੀ ਜੋ ਕਿ ਇੱਕ ਬੇਈਮਾਨੀ ਦਾ ਬਿਲਕੁਲ। ਰਾਹ ਬਣਦਾ ਹੈ। ਸੋ ਨਵੇਂ ਮੁੰਡੇ ਜਿਹੜੇ ਇਸ ਜਾਦੂ ਦੀ ਦੁਨੀਆ ਦੇ ਵਿੱਚ ਕਦਮ ਰੱਖ ਰਹੇ ਨੇ, ਕਾਫੀ ਸ਼ਾਗਿਰਦ ਜੀ, ਵੀ ਰਹੇ ਜੀ। ਤੁਹਾਡੀ ਜੋ ਹੁਨਰਬਾਜ਼ ਦੇ ਵਿੱਚ ਗਏ ਹੋਏ ਆ, ਕੀ ਉਹਨਾਂ ਨੂੰ ਕਹਿਣਾ ਚਾਹੋਗੇ ਕਿ ਆਉਣ ਵਾਲਾ ਸਮਾਂ ਉਹਨਾਂ ਦਾ ਹੋਵੇ? ਆਉਣ ਵਾਲੀ ਪੀੜ੍ਹੀ ਲਈ ਤਾਂ ਇਹੀ ਕਹੂੰਗਾ ਕਿ ਇਸ ਆਰਟ ਨੂੰ ਸਿੱਖਣ ਲਈ ਬਿਲਕੁਲ ਕੋਈ ਡਰਨ ਦੀ ਲੋੜ ਨਹੀਂ, ਕੋਈ ਇਹਦੇ 'ਚ ਕੋਈ ਤੰਤਰ ਮੰਤਰ ਜਾਂ ਟੂਨੇ ਟੋਟਕੇ ਵਾਲਾ ਕੋਈ ਕੰਮ ਨਹੀਂ ਹੈ। ਹੂੰ ਇਹ ਇੱਕ ਇਮਾਨਦਾਰ ਕਲਾ ਹੈ ਜੋ ਕਿ ਐਸੀ ਚਲਾਕੀ ਸਾਹਮਣੇ ਵਾਲੇ ਨੂੰ ਦਿਖਾਉਂਦੀ ਹੈ ਜਿਹਦੇ ਨਾਲ ਕਿ ਸਾਹਮਣੇ ਵਾਲਾ ਇੱਕ ਸਵਸਥ ਮਨੋਰੰਜਨ ਪ੍ਰਾਪਤ ਕਰਦਾ ਹੈ। ਬਿਲਕੁਲ ਸੋ
ਆਓ ਜੀ ਸਦਕੇ ਇਸ ਲਾਈਨ ਦੇ ਵਿੱਚ। ਔਰ ਅੱਜ ਇੱਕ ਸਕੋਪ ਵੀ ਹੈ ਕਿਉਂਕਿ ਕਿਤੇ ਨਾ ਕਿਤੇ ਜ਼ਿੰਦਗੀ ਦੇ ਟੈਨਸ਼ਨਸ ਦੇ ਵਿੱਚ ਹਰ ਬੰਦਾ ਜੋ ਜੀ ਰਿਹਾ ਹੈ, ਜੀ ਤਾਂ ਉਹ ਕੁਝ ਪਲ ਜਿਹੜੇ ਹੈ ਇਹ ਸਵਸਥ ਮਨੋਰੰਜਨ ਦੇ ਜੋ ਮਿਲਦੇ ਹੈ ਜੀ ਉਹਦੇ ਕਰਕੇ ਅੱਜ ਕੱਲ੍ਹ ਤੁਸੀਂ ਦੇਖੋਗੇ ਕਿ ਪਾਰਟੀਆਂ ਦੇ ਵਿੱਚ ਹੂੰ ਕਈ ਤਰ੍ਹਾਂ ਦੇ ਸੈਟਅਪਸ ਕੀਤੇ ਜਾਂਦੇ। ਕੋਈ ਡਾਂਸ ਸੈਟਅਪ ਕਰਦਾ ਹੈ, ਕੋਈ ਮੈਜਿਕ ਸ਼ੋਜ਼ ਦੇ ਸੈਟਅਪ ਕਰਦਾ ਹੈ, ਜੀ ਔਰ ਬੱਚਿਆਂ ਦੇ ਬਰਥਡੇਸ ਦੇ ਵਿੱਚ ਤਾਂ ਖਾਸ ਕਰ ਕਾਫੀ ਇਹ ਅੱਜ ਕੱਲ੍ਹ ਟ੍ਰੈਂਡ ਦੇ ਵਿੱਚ ਆ ਗਿਆ। ਜੀ ਸੋ ਵੈਲਕਮ ਹੈ। ਔਰ ਜੋ ਆਪਣੇ ਸਾਥੀ ਜਾਦੂਗਰ ਹੈ ਜੋ ਸ਼ਾਇਦ ਕਿਤੇ ਨਾ ਕਿਤੇ ਅੱਜ ਵੀ ਪੁਰਾਣੇ ਹੀ ਪੈਟਰਨ ਤੇ ਚੱਲੇ ਆ ਰਹੇ ਹੈ ਜਾਂ ਇਹਨੂੰ ਆਰਟ ਦੇ ਰੂਪ ਚ ਨਾ ਦਿਖਾ ਕੇ ਅਲੌਕਿਕ ਸ਼ਕਤੀਆਂ ਦੇ ਰੂਪ ਚ ਜ਼ਿਆਦਾ ਦਿਖਾ ਰਹੇ ਆ, ਜੀ ਉਹਨਾਂ ਨੂੰ ਵੀ ਮੈਂ ਕਹਿਣਾ ਕਿ ਜੇ ਤੁਸੀਂ ਚਾਹੁੰਦੇ ਹੋ ਕਿ ਸਰਕਾਰ ਇਸ ਕਲਾ ਨੂੰ ਮਾਨਤਾ ਦੇਵੇ ਜੀ ਤਾਂ ਸਰਕਾਰ ਅੱਗੇ ਇੱਕ ਕਲਾਕਾਰ ਦੇ ਰੂਪ ਚ ਸਾਹਮਣੇ ਆਓ, ਨਾ ਕਿ ਅਲੌਕਿਕ ਸ਼ਕਤੀਆਂ ਦੇ ਮਾਲਿਕ ਦੇ ਰੂਪ ਚ। ਕੀ ਬਾਤ ਹੈ, ਬਿਲਕੁਲ। ਔਰ ਜਾਦੂ ਸਿੱਖਣਾ ਤੇ ਜਾਦੂਗਰ ਕੋਲੋਂ ਜਾਓ, ਨਾ ਕਿ ਬਾਬਿਆਂ ਕੋਲੋਂ ਜਾਂ ਫਿਰ ਜਿਹੜੇ ਹੋਰ ਸਾਨੂੰ ਵਹਿਮਾਂ ਦੇ ਵਿੱਚ ਪਾਉਂਦੇ ਨੇ ਉਹਨਾਂ ਦੇ ਕੋਲੋਂ, ਕਿਉਂਕਿ ਇੱਕ ਕਲਾ ਆ ਔਰ ਹੱਥ ਦੀ ਚਾਲਾਕੀ ਹੈ। ਸੋ ਸਰ ਬਹੁਤ ਬਹੁਤ ਧੰਨਵਾਦ ਸਾਨੂੰ ਸਮਾਂ ਦੇਣ ਦੇ ਲਈ ਔਰ ਇੰਨੇ ਵਧੀਆ ਵਧੀਆ ਟ੍ਰਿਕਸ ਕਰਕੇ ਐਂਟਰਟੇਨ ਕਰਨ ਦੇ ਲਈ। ਸ਼ੁਕਰੀਆ ਜੀ। ਜੀ ਸੋ ਦੋਸਤੋ, ਇਹ ਸਨ ਸਾਡੇ ਨਾਲ ਮਨੋਜ ਜੈਨ ਜੋ ਕਿ ਦੁਨੀਆ ਦੇ ਮਸ਼ਹੂਰ ਜਾਦੂਗਰਾਂ ਦੇ ਵਿੱਚੋਂ ਇੱਕ ਨੇ। ਪਰ ਜਿਵੇਂ ਕਿ ਉਹਨਾਂ ਨੇ ਵੀ ਦੱਸਿਆ ਕਿ ਇਹ ਇੱਕ ਕਲਾ ਆ, ਇੱਕ ਮਨੋਰੰਜਨ ਆ ਤੇ ਇੱਕ ਰੋਜੀ ਰੋਟੀ ਹੈ ਜਾਦੂਗਰਾਂ ਦੀ। ਇਸ ਦੇ ਵਿੱਚ ਕੋਈ ਵਹਿਮ ਭਰਮ ਜਾਂ ਚਮਤਕਾਰ ਵਰਗੀ ਕੋਈ ਗੱਲ ਨਹੀਂ ਹੈ। ਸਿਰਫ ਜਾਦੂਗਰ ਤੁਹਾਨੂੰ ਦੱਸ ਕੇ, ਜਿਵੇਂ ਕਿ ਇਹਨਾਂ ਨੇ ਕਿਹਾ ਕਿ ਤੁਹਾਨੂੰ ਦੱਸ ਕੇ ਬੁੱਧੂ ਬਣਾਉਂਦਾ ਆ, ਪਰ ਜਿਹੜੇ ਅਜੋਕੇ ਬਾਬੇ ਨੇ ਜਾਂ ਅਜੋਕੇ ਸਾਧੂ ਜਿਹੜੇ ਨੇ ਉਹ ਤੁਹਾਨੂੰ ਮੂਰਖ ਬਣਾ ਕੇ ਤੁਹਾਡਾ ਪੈਸਾ ਲੁੱਟਦੇ ਨੇ। ਸੋ ਉਹਨਾਂ ਤੋਂ ਅਗਾਹ ਰਹੋ ਔਰ ਕੋਸ਼ਿਸ਼ ਕਰੋ ਇਹ ਕਲਾ ਸਮਾਜ ਦੇ ਵਿੱਚ ਬਚੀ ਰਵੇ, ਇਸ ਨੂੰ ਸਪੋਰਟ ਵੀ ਕਰੋ। ਸੋ ਅਸੀਂ ਇਸੇ ਤਰ੍ਹਾਂ ਦੇ ਨਾਲ ਆਪਣਾ ਫਰਜ਼ ਨਿਭਾਉਂਦੇ ਰਹਾਂਗੇ। ਤੁਸੀਂ ਜੁੜੇ ਰਹਿਣਾ ਅੱਖਰ ਦੇ ਨਾਲ। ਫਿਲਹਾਲ ਮੈਨੂੰ ਅਰਪਨ ਕੌਰ ਨੂੰ ਸਹਿਯੋਗੀ ਕੈਮਰਾਮੈਨ ਵਿਸ਼ਾਲ ਦੇ ਨਾਲ ਦਿਓ ਆਗਿਆ। ਧੰਨਵਾਦ।